मूसेवाला कतलकांड दे विच वड्डा खुलासा। सूत्रों मुताबक कतल तो फौरन बाद शूटर ने लॉरेंस नूं दित्ती सी जानकारी। फोन करके दस्सिया मूसेवाला नूं मार दित्ता। मूसेवाला कतलकांड दी फरार शूटर दीपक मुंडी दी भाल जारी। कई इलाकिਆਂ ਦੇ ਵਿੱਚ ਕੀਤੀ ਜਾ ਰਹੀ छापेमारी। न्यूज़ 18 से बोले AGTF चीफ प्रमोद बान कहा साडे कोल वड्डी लीड, जल्द सलाखां दे पिछे होवेगा दीपक मुंडी। जगरूप रूपा ते मनप्रीत कोसा दी पोस्टमार्टम रिपोर्ट भी आई सामने। दोवें गैंगस्टरां नूं लगियां 4-4 गोलियां। मनप्रीत कोसा दे मत्थे अते सिर ते वजियां गोलियां। पंजाब दी सियासत दे विच वड्डी हलचल। राष्ट्रपति चोणां दे विच होई क्रॉस वोटिंग। समर्थन दे लिहाज दे नाल द्रौपदी मुर्मू दियां बनदियां सन 5 वोटां, पर पईयां 8। यशवंत सिन्हा दे हिस्से आईयां 101 वोटां। फेक एनकाउंटर दे इल्जामां नूं सिमरनजीत सिंह मान ने किता खारिज। बोले फर्जी एनकाउंटर दे विच पुलिस वाले नहीं मरदे हुंदे। डीएम ने दित्ते सी फायरिंग दे आदेश। मैं पुलिस दी ड्यूटी निभाई। VIPs ਦੀ ਸਿਕਿਉਰਿਟੀ ਦੇ ਮਾਮਲੇ 'ਚ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਸਵਾਲ। ਸੁਰੱਖਿਆ ਕਟੌਤੀ ਦੀ ਜਾਣਕਾਰੀ ਕਿਵੇਂ ਹੋਈ ਲੀਕ? ਅਦਾਲਤ ਨੇ 3 ਹਫ਼ਤਿਆਂ 'ਚ ਮੰਗੀ ਸੀਲਬੰਦ ਰਿਪੋਰਟ। ਸਰਕਾਰੀ ਵਕੀਲ ਬੋਲੇ ਜਾਂਚ ਜਾਰੀ, ਤੈਅ ਕਰਾਂਗੇ ਜ਼ਿੰਮੇਵਾਰੀ। 30 ਸਾਲ ਪੁਰਾਣੇ ਕਿਡਨੈਪਿੰਗ ਕੇਸ ਦੇ ਵਿੱਚ ਰਿਟਾਇਰਡ IPS ਸਣੇ 3 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ। ਮੋਹਾਲੀ ਦੀ CBI ਕੋਰਟ ਨੇ 3 ਸਾਲ ਦੇ ਲਈ ਭੇਜਿਆ ਜੇਲ੍ਹ। 92 ਦੇ ਵਿੱਚ ਸਰਬਜੀਤ ਹੋਇਆ ਸੀ ਅਗਵਾ। MSP ਕਮੇਟੀ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ। ਕਮੇਟੀ ਦੇ ਵਿੱਚ ਪੰਜਾਬ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦੀ ਮੰਗ। ਕਿਹਾ ਖੇਤੀ 'ਚ ਪੰਜਾਬ ਦੇ ਯੋਗਦਾਨ ਨੂੰ ਨਹੀਂ ਵਿਸਾਰਿਆ ਜਾ ਸਕਦਾ। ਜਲਦੀ ਨਵੀਂ ਖੇਤੀਬਾੜੀ ਪਾਲਿਸੀ ਲਿਆਵਾਂਗੇ ਪੰਜਾਬ ਸਰਕਾਰ। ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ। ਕਿਹਾ ਗੰਨੇ ਦਾ ਬਕਾਇਆ ਅਦਾ ਨਾ ਕਰਨ ਵਾਲੀਆਂ ਮਿੱਲਾਂ ਨੂੰ देवांगे अल्टीमेटम। अदायगी ना करन ते होवेगा एक्शन। मनीष सिसोदिया के खिलाफ CBI जांच ते भड़के केजरीवाल। बोले फसाउण दी कीती जा रही कोशिश। असी भगत सिंह दी औलाद जेल अते फांसी तो नहीं डरते। फिरोजपुर दे शहीद जवान कुलदीप सिंह दे घर गए मुख मंत्री भगवंत मान। परिवार दे नाल वंडाया दुख। 1 करोड़ दा सौंपिया चैक। सत श्री अकाल, स्वागत है गौरव शुक्ला। मैं हाँ तुहाडे नाल हाज़र हाँ। फर्क तां पैंदा है लैके फर्क तां पैंदा दी शुरुआत अज गैंगस्टरां नूं दित्ती जा रही है चुनौती, चेतावनी। उस दे नाल गैंगस्टरां नूं मुख मंत्री भगवंत मान ने चेतावनी दित्ती है ते चेतावनी सिद्धे शब्दां दे विच कि गन छड्डो नहीं तां अंजाम दे लई तैयार रहो। शांति भंग करन दी किसे नूं इजाजत नहीं दित्ती जावेगी। ਇਹ ਵੱਡੀ ਖਬਰ ਹੈ ਕਿਉਂਕਿ ਇੱਕ ਪਾਸੇ ਗੈਂਗਸਟਰਵਾਦ ਪੰਜਾਬ ਦੇ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਤੇ ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਟਮੈਂਟ ਤੇ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜੇ ਗੈਂਗਸਟਰ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਗਨ ਛੱਡ ਕੇ ਸਰੈਂਡਰ ਕਰਨਾ ਹੋਵੇਗਾ। ਜੇ ਉਹ ਸਰੈਂਡਰ ਨਹੀਂ ਕਰਦੇ ਤਾਂ ਫਿਰ ਅੰਜਾਮ ਭੁਗਤਣ ਦੇ ਲਈ ਤਿਆਰ ਰਹਿਣ। ਬੁੱਧਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ 2 ਗੈਂਗਸਟਰਸ ਦਾ। ਜਗਰੂਪ ਰੂਪਾ ਤੇ ਦੂਜਾ ਨਾਮ ਮਨਪ੍ਰੀਤ ਮੰਨੂ ਕੋਸਾ। ਤੇ ਇਸ ਵਿਚਾਲੇ ਮੁੱਖ ਮੰਤਰੀ ਹੁਣ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦੇ ਰਹੇ ਨੇ ਗੈਂਗਸਟਰਾਂ ਨੂੰ ਕਿ ਤੁਹਾਨੂੰ ਗਨ ਛੱਡ ਕੇ ਸਰੈਂਡਰ ਕਰਨਾ ਹੋਏਗਾ। ਕਾਨੂੰਨ ਦੇ ਮੁਤਾਬਿਕ ਤੁਹਾਡੇ ਉੱਤੇ ਕਾਰਵਾਈ ਹੋਵੇਗੀ। ਗੈਂਗਸਟਰਾਂ ਨੂੰ ਸੀਐਮ ਮਾਨ ਨੇ ਚੇਤਾਵਨੀ ਦਿੱਤੀ ਹੈ। ਵੱਡੀ ਖਬਰ ਹੈ, ਗੈਂਗਸਟਰਾਂ ਨੂੰ ਚੇਤਾਵਨੀ ਸਿੱਧੀ ਹੈ ਕਿ ਗਨ ਛੱਡ ਦਿਓ ਨਹੀਂ ਤਾਂ ਫਿਰ ਅੰਜਾਮ ਭੁਗਤਣ ਦੇ ਲਈ ਤਿਆਰ ਰਹੋ। ਅੰਜਾਮ ਕੀ ਹੋ ਸਕਦਾ ਹੈ? 2 ਦਿਨ ਪਹਿਲਾਂ ਪੂਰੇ ਪੰਜਾਬ ਨੇ ਦੇਖਿਆ ਹੈ। ਅੰਜਾਮ ਐਨਕਾਊਂਟਰ ਵੀ ਹੋ ਸਕਦਾ ਹੈ, ਅੰਜਾਮ ਗੈਂਗਸਟਰਾਂ ਦੀ ਮੌਤ ਵੀ ਹੋ ਸਕਦੀ ਹੈ ਕਿਉਂਕਿ ਜਦੋਂ ਘੇਰਾ ਪੈ ਜਾਂਦਾ ਹੈ ਤੇ ਪੁਲਿਸ ਦੇ ਉੱਤੇ ਫਾਇਰ ਕੱਢੇ ਜਾਂਦੇ ਨੇ ਤਾਂ ਫਿਰ ਪੁਲਿਸ ਜਵਾਬੀ ਕਾਰਵਾਈ ਕਰਦੀ ਹੈ ਤੇ ਜਵਾਬੀ ਕਾਰਵਾਈ ਦਾ ਮਤਲਬ ਸਿੱਧਾ ਜਿਹਾ ਹੁੰਦਾ ਹੈ ਕਿ ਐਕਸ਼ਨ ਪੁਲਿਸ ਦਾ। ਔਰ ਉਸ ਦੇ ਵਿੱਚ ਗੈਂਗਸਟਰਾਂ ਦੇ ਐਨਕਾਊਂਟਰ ਜਿਹੜਾ ਹੋਇਆ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੋਇਆ। ਖੈਰ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦੇਵਾਂਗੇ, ਇਹ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ। ਦੇਖੋ ਪੰਜਾਬ ਦੀ ਸ਼ਾਂਤੀ ਨੂੰ, ਪੰਜਾਬ ਦੇ ਅਮਨ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਸਖਤੀ ਨਾਲ ਨਜਿੱਠਿਆ ਜਾਊਗਾ। ਜਿਹੜੇ ਲੋਕਾਂ ਦੇ ਘਰਾਂ 'ਚ ਸੱਥਰ ਵਿਛਾਉਂਦੇ ਨੇ ਉਹਨਾਂ ਨੂੰ ਮੈਂ ਕੱਲ੍ਹ ਵੀ ਮੈਂ ਕਿਹਾ ਸੀ ਕਿ ਉਹਨਾਂ ਨਾਲ
ਅਸੀਂ ਪਹਿਲਾਂ ਤਾਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਵਾਪਸ ਆ ਜਾਓ, ਜੇ ਭਟਕੇ ਹੋਏ ਹੋ ਕਿਸੇ ਲਾਲਚ 'ਚ ਆ ਕੇ ਜਾਂ ਕਿਸੇ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਤੁਸੀਂ ਕਿਤੇ ਚਲੇ ਗਏ ਹੋ, ਵਾਪਸ ਆ ਜਾਓ। ਕਾਨੂੰਨ ਮੁਤਾਬਕ ਤੁਹਾਨੂੰ ਜਿਹੜਾ ਕਾਰਵਾਈ ਹੋਊਗੀ। ਪਰ ਜੇਕਰ ਤੁਸੀਂ ਇਹ ਗਨ ਕਲਚਰ ਦੇ ਵਿੱਚ ਜਾਂ ਗੈਂਗਸਟਰ ਕਲਚਰ ਦੇ ਵਿੱਚ ਜਾਓਗੇ ਤਾਂ ਉੱਥੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਹਸ਼ਰ ਕੀ ਹੁੰਦਾ ਹੈ। ਸੋ ਪੰਜਾਬ ਨੂੰ ਬਿਲਕੁਲ ਸ਼ਾਂਤੀਪੂਰਵਕ ਸੂਬਾ, ਡਰੱਗ ਫ੍ਰੀ ਸੂਬਾ, ਗੈਂਗਸਟਰ ਕਲਚਰ ਤੋਂ ਫ੍ਰੀ ਸੂਬਾ ਬਣਾਉਣਾ ਮੇਰੀ ਜ਼ਿੰਮੇਵਾਰੀ ਹੈ। 3.25 ਕਰੋੜ ਤੋਂ ਵੱਧ ਲੋਕਾਂ ਦੀ ਜ਼ਿੰਮੇਵਾਰੀ ਲੋਕਾਂ ਨੇ ਮੇਰੇ ਹੱਥ 'ਚ ਦਿੱਤੀ ਹੈ। ਤਾਂ ਮੁੱਖ ਮੰਤਰੀ ਸਿੱਧੀ ਚੇਤਾਵਨੀ ਦੇ ਰਹੇ ਨੇ ਕਿ ਗਨ ਛੱਡੋ, ਨਹੀਂ ਤਾਂ ਫਿਰ ਅੰਜਾਮ ਦੇ ਲਈ ਤਿਆਰ ਰਹੋ। ਉਧਰ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਰਪ ਸ਼ੂਟਰ ਨੇ ਤਿਹਾੜ ਜੇਲ੍ਹ ਦੇ ਵਿੱਚ ਬੈਠੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕਾਲ ਕੀਤਾ ਸੀ। हेलो, हाँ जी जी बोलिए। बात हो सकती है? हाँ बिल्कुल हो सकती है, करवाना ही जरूरी है बहुत कौन ज़्यादा। भाई? हाँ जी, एक मिनट। हाँ थोड़ा जल्दी बता, ऐसी लगे होल्ड पे हेलो, लाइव स्पीकर ऑन करें, गोल्डन लाइट ऑन। मेरी गल सुन, बहुत बहुत मुबारक भरा नु। ठीक हो? ठीक हो? हाँ मैं ठीक है ठीक। अब मैं ज्ञानी चढ़ाता गड्डी, हैं? ज्ञानी चढ़ाता गड्डी, की करता? मैं ज्ञानी चढ़ाता गड्डी उससे वाला मारता। मारता? मारता मारता। ओके कर लो। ਹਾਲਾਂਕਿ ਨਿਊਜ਼ 18 ਇਸ ਆਡੀਓ ਕਲਿੱਪ ਦੀ ਤਸਦੀਕ ਨਹੀਂ ਕਰਦਾ, ਪਰ ਜਾਣਕਾਰੀ ਮੁਤਾਬਕ ਜਦੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਦੋਂ ਮੂਸੇਵਾਲਾ ਦਾ ਕਤਲ ਕੀਤਾ ਗਿਆ, ਉਸ ਤੋਂ ਕੁਝ ਸਮੇਂ ਬਾਅਦ ਹੀ ਯਾਨੀ ਕਿ ਕੁਝ ਮਿੰਟ ਬਾਅਦ ਹੀ ਇਹ ਕਾਲ ਕਰਕੇ ਲਾਰੈਂਸ ਬਿਸ਼ਨੋਈ ਨੂੰ ਜਾਣਕਾਰੀ ਦਿੱਤੀ ਗਈ। ਖੈਰ ਜਦੋਂ ਜੇਲ੍ਹ ਦੇ ਵਿੱਚ ਬੈਠੇ ਗੈਂਗਸਟਰ ਨੂੰ ਵਾਰਦਾਤ ਦੀ ਜਾਣਕਾਰੀ ਇਸ ਤਰੀਕੇ ਨਾਲ ਫੋਨ ਦੇ ਉੱਤੇ ਬਹੁਤ ਆਸਾਨੀ ਨਾਲ ਸ਼ੂਟਰਸ ਦਿੰਦੇ ਨੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਸ਼ੂਟਰ ਦੀਪਕ ਮੁੰਡੀ ਹੀ ਹੁਣ ਪੁਲਿਸ ਦੀ ਸਿਰਫ ਗਿਰਫਤ ਤੋਂ ਬਾਹਰ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਕ ਮੁੰਡੀ ਪੰਜਾਬ ਦੇ ਵਿੱਚ ਹੀ ਲੁਕਿਆ ਹੋਇਆ ਹੈ। ਜੁਲਾਈ ਦੇ ਪਹਿਲੇ ਹਫਤੇ ਤੱਕ ਦੀਪਕ ਮੁੰਡੀ ਤਰਨਤਾਰਨ ਦੇ ਵਿੱਚ ਹੀ ਲੁਕਿਆ ਹੋਇਆ ਸੀ, ਉਹ ਵੀ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦੇ ਨਾਲ। ਦੱਸਿਆ ਜਾ ਰਿਹਾ ਹੈ ਕਿ ਮੁੰਡੀ ਵੀ ਇਹਨਾਂ ਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਲੁਕਦਾ ਰਿਹਾ। ਤਰਨਤਾਰਨ ਦੇ ਵਿੱਚ ਮਨੀ ਰਹਾਈ ਅਤੇ ਤੂਫਾਨ ਨਾਮ ਦੇ ਗੈਂਗਸਟਰ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ। ਮਨੀ ਅਤੇ ਤੂਫਾਨ ਦੋਵੇਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ਦੇ ਉੱਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਕੰਮ ਕਰਦੇ ਨੇ। ਪੁਲਿਸ ਦੇ ਨਾਲ ਲੁਕਣ ਮਿੱਟੀ ਖੇਡ ਰਿਹਾ ਦੀਪਕ ਮੁੰਡੀ ਪਹਿਲਾਂ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਦੇ ਵਿੱਚ ਵੀ ਲੁਕਿਆ ਹੋਇਆ ਸੀ। ਇਸ ਵਕਤ ਉਹ ਅੰਕਿਤ ਸਿਰਸਾ ਦੇ ਨਾਲ ਸੀ। ਜਦੋਂ ਅੰਕਿਤ ਸਿਰਸਾ ਦੀ ਗ੍ਰਿਫਤਾਰੀ ਹੋਈ, ਉਸ ਤੋਂ ਠੀਕ ਪਹਿਲਾਂ ਦੀਪਕ ਮੁੰਡੀ ਉੱਥੋਂ ਭੱਜ ਗਿਆ ਸੀ ਅਤੇ ਹੁਣ ਮੁੰਡੀ ਪੰਜਾਬ ਪੁਲਿਸ ਦੀ ਗਿਰਫਤ ਦੇ ਵਿੱਚ ਆਉਂਦੇ ਰਹਿ ਗਿਆ। ਹਾਲਾਂਕਿ ਪੰਜਾਬ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਸ ਦੇ ਕੋਲ ਮੁੰਡੀ ਨੂੰ ਲੈ ਕੇ ਵੱਡੀ ਲੀਡ ਹੈ। ਤਫਤੀਸ਼ ਦੇ ਦੌਰਾਨ ਸਾਡੇ ਕੋਲ ਬੜੀ ਮਹੱਤਵਪੂਰਨ ਜਿਹੜੀ ਲੀਡਸ ਆਈਆਂ ਤੇ ਹੁਣ ਟੋਟਲ 6 ਸ਼ੂਟਰ ਸੀ, ਹੁਣ ਇੱਕ ਸ਼ੂਟਰ ਹੀ ਇਕੱਲਾ ਜਿਹੜਾ ਰਹਿ ਗਿਆ ਹੈਗਾ ਜਿਹਦਾ ਨਾਮ ਦੀਪਕ ਮੁੰਡੀ ਹੈਗਾ। ਉਹਦੇ ਬਾਰੇ ਵੀ ਸਾਡੇ ਕੋਲ ਡੈਫੀਨਿਟ ਲੀਡਸ ਹੈਗੀਆਂ। ਅਸੀਂ ਬਹੁਤ ਹੀ ਹੋਪਫੁਲ ਹੈਗੇ ਕਿ ਬਹੁਤ ਛੇਤੀ ਉਹਨੂੰ ਅਸੀਂ ਕਾਬੂ ਕਰ ਲਾਂਗੇ। ਦੀਪਕ ਮੁੰਡੀ ਦੀ ਭਾਲ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਛਾਪੇ ਮਾਰੇ ਜਾ ਰਹੇ ਨੇ। ਤਾਂ ਛਾਪੇਮਾਰੀ ਲਗਾਤਾਰ ਹੋ ਰਹੀ ਹੈ, ਪਰ 6ਵਾਂ ਸ਼ੂਟਰ ਪੁਲਿਸ ਦੀ ਗਿਰਫਤ ਦੇ ਵਿੱਚ ਕਦੋਂ ਹੋਏਗਾ, ਇੱਕ ਵੱਡਾ ਸਵਾਲ ਹੈ। ਉਧਰ VIP ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਲੀਕ ਹੋਣ ਦੇ ਉੱਤੇ ਢਿਰੀ ਪੰਜਾਬ ਸਰਕਾਰ ਤੋਂ ਹੁਣ ਹਾਈ ਕੋਰਟ ਨੇ ਇੱਕ ਹਫ਼ਤੇ 'ਚ ਜਵਾਬ ਮੰਗਿਆ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਸਿਕਿਉਰਿਟੀ ਦੀ ਜਾਣਕਾਰੀ ਲੀਕ ਕਿਵੇਂ ਹੋਈ, ਇੱਕ ਹਫ਼ਤੇ ਦੇ ਵਿੱਚ ਦੱਸੋ ਅਤੇ ਉਸ ਦਾ ਇਲਾਜ ਕੀ ਹੈ, ਉਹ ਵੀ ਕੋਰਟ ਨੂੰ ਦੱਸਿਆ ਜਾਵੇ। ਅਦਾਲਤ ਦੇ ਸਵਾਲ ਦੇ ਉੱਤੇ ਸਰਕਾਰ ਦੇ ਵਕੀਲ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਅਤੇ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ। ਸਰਕਾਰ ਦੇ ਵਕੀਲ ਨੇ 2 ਹਫ਼ਤੇ ਦੇ ਵਿੱਚ ਸੀਲਬੰਦ ਰਿਪੋਰਟ ਦੇਣ ਦੇ ਲਈ ਸਮਾਂ ਮੰਗਿਆ, ਪਰ ਅਦਾਲਤ ਨੇ ਸਿਰਫ 1 ਹਫ਼ਤੇ ਦਾ ਹੀ ਸਮਾਂ ਦਿੱਤਾ ਹੈ। ਦੱਸ ਦਈਏ ਕਿ ਅਕਾਲੀ ਆਗੂ ਸੋਹਣ ਸਿੰਘ ਠੰਡਲ ਅਤੇ BJP ਆਗੂ ਮੋਹਿੰਦਰ ਕੌਰ ਜੋਸ਼ ਨੇ ਪਟੀਸ਼ਨ ਦਾਖਲ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਖੁਦ ਨੂੰ ਖਤਰਾ ਦੱਸਦੇ ਹੋਏ ਸਿਕਿਉਰਿਟੀ ਬਹਾਲ ਕਰਨ ਦੀ ਮੰਗ ਕੀਤੀ ਸੀ, ਜਿਸ ਦੇ ਉੱਤੇ ਕੋਰਟ ਨੇ ਸੁਣਵਾਈ ਕੀਤੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਅਲਟੀਮੇਟਲੀ 1 ਦਿਨ ਮਹੀਨੇ ਵੇਟ ਤੋਂ ਬਾਅਦ ਇੱਕ ਗਨਮੈਨ ਉਹਨਾਂ ਕੋਲ ਛੱਡਿਆ ਨਹੀਂ। ਦੇਖੋ ਜਿਹੜੇ ਹਾਈ ਡਿਗਨਿਟਰੀਜ਼ ਕੰਮ ਕਰਨਗੇ ਉਹਨਾਂ ਕੋਲ ਤੁਸੀਂ ਐਟਲੀਸਟ 1 ਜਾਂ 2 ਬੰਦੇ ਤਾਂ ਛੱਡ ਦਿਓ। ਸੋ ਇੱਕ ਵੀ ਗਨਮੈਨ ਨਹੀਂ ਸੀ। ਅਲਟੀਮੇਟਲੀ ਅਸੀਂ ਹਾਈ ਕੋਰਟ ਨੂੰ ਅਪਰੋਚ ਕੀਤਾ। ਕੱਲ ਇਹ ਸਾਡੀ ਲਿਸਟ ਹੋਈ ਹੈ, ਅੱਜ ਤੇ ਜੱਜ ਸਾਹਿਬ ਨੇ ਰੱਖ ਲਈ ਕਿ ਜੀ ਉਹਨਾਂ ਨੇ 1 ਹਫ਼ਤੇ ਦਾ ਟਾਈਮ ਮੰਗਿਆ ਰਿਪਲਾਈ ਲਈ, ਪਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੰਟਰਮ ਜਿਹੜਾ ਆਰਡਰ ਹੈ ਜਿਨ੍ਹਾਂ ਕੋਲ ਕਿਸੇ ਕੋਲ ਇੱਕ ਵੀ ਨਹੀਂ ਹੈਗਾ, ਐਟਲੀਸਟ ਨੈਕਸਟ ਡੇਟ ਤੱਕ ਉਹ ਦੇਣੀ ਚਾਹੀਦੀ ਹੈ। ਦੱਸਦੀ ਕਿ ਸੁਰੱਖਿਆ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਕੁੱਲ 28 ਪਟੀਸ਼ਨਸ ਦਾਖਲ ਹੋ ਚੁੱਕੀਆਂ ਨੇ। ਕੋਰਟ ਨੇ ਆਦੇਸ਼ ਦਿੱਤਾ ਕਿ ਜਿਨ੍ਹਾਂ ਦੇ ਕੋਲ ਇੱਕ ਵੀ ਗਾਰਡ ਨਹੀਂ, ਸਭ ਨੂੰ ਇੱਕ ਸੁਰੱਖਿਆ ਮੁਲਾਜ਼ਮ ਦਿੱਤਾ ਜਾਵੇ।
ਤਾਂ ਜਿਨ੍ਹਾਂ ਦੇ ਕੋਲ ਫਿਲਹਾਲ ਸੁਰੱਖਿਆ ਵਾਪਸ ਲੈ ਲਈ ਗਈ ਸੀ ਉਹਨਾਂ ਨੂੰ ਇੱਕ ਇੱਕ ਸੁਰੱਖਿਆ ਮੁਲਾਜ਼ਮ ਤਾਂ ਮੁਹੱਈਆ ਕਰਵਾ ਦਿੱਤਾ ਜਾਏਗਾ। ਸਿਕਿਉਰਿਟੀ ਦੀ ਖਬਰ ਲੀਕ ਕਿਵੇਂ ਹੋਈ, ਇਹ ਵੀ ਜਵਾਬ ਦੇਣਾ ਹੋਏਗਾ ਪੰਜਾਬ ਸਰਕਾਰ ਨੂੰ ਅਦਾਲਤ ਦੇ ਵਿੱਚ। ਹੁਣ ਅੱਗੇ ਵਧਦੇ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਦੇ ਹਾਂ। ਖਬਰ ਮੋਗਾ ਤੋਂ ਹੈ। ਮੋਗਾ ਤੋਂ ਸੜਕ ਹਾਦਸੇ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਜਿਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਬਾਈਕ ਤੇ ਇੱਕ ਸਕੂਟੀ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ, ਜ਼ਬਰਦਸਤ ਟੱਕਰ ਹੋਈ ਹੈ ਜਿਸ ਤੇ ਲੋਕ ਜ਼ਖਮੀ ਵੀ ਹੋਏ ਨੇ। ਜਿਹਾਂ ਮੋਗਾ ਤੋਂ ਇਹ ਤਸਵੀਰਾਂ ਨੇ, ਮੋਟਰਸਾਈਕਲ ਅਤੇ ਸਕੂਟੀ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਤੇ ਕਈ ਫੁੱਟ ਉੱਤੇ ਤੱਕ ਜਿਹੜੀ ਸਕੂਟੀ ਹੈ ਉਹ ਉਛਲਦੀ ਹੋਈ ਤਸਵੀਰ ਦੇ ਵਿੱਚ ਨਜ਼ਰ ਆਈ। ਤਸਵੀਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਏਗੀ। ਤੁਹਾਨੂੰ ਦੱਸ ਦਈਏ ਕਿ ਸਕੂਟੀ ਦੇ ਉੱਤੇ ਜਿਹੜੀ ਕੁੜੀ ਸਵਾਰ ਸੀ ਉਹ ਕਈ ਫੁੱਟ ਤੱਕ ਉੱਚੀ ਉਛਲਦੀ ਹੋਈ ਨਜ਼ਰ ਆਈ, ਬਹੁਤ ਤੇਜ਼ ਰਫ਼ਤਾਰ ਨਜ਼ਰ ਆ ਰਹੀ ਹੈ ਔਰ ਬਾਈਕ ਸਵਾਰ ਮੁੰਡਾ ਵੀ ਜਿਹੜਾ ਸੀਗਾ ਨੌਜਵਾਨ ਉਹ ਵੀ ਜ਼ਖਮੀ ਹੋਇਆ ਹੈ। ਤਾਂ ਦੋਵੇਂ ਪਾਸੇ ਬਹੁਤ ਤੇਜ਼ ਰਫ਼ਤਾਰ ਦੇ ਨਾਲ ਨਜ਼ਰ ਆ ਰਿਹਾ, ਹਾਲਾਂਕਿ ਲੱਗ ਰਿਹਾ ਕਿ ਜਿਹੜਾ ਬਾਈਕ ਸਵਾਰ ਹੈ ਉਹ ਇੱਕ ਤੇਜ਼ ਰਫ਼ਤਾਰ ਆ ਰਹੀ ਹੈ ਤੇ ਦੂਜੇ ਪਾਸੇ ਇੱਕ ਨਾਲ ਵਾਲੀ ਲਿੰਕ ਰੋਡ ਕਹਿ ਸਕਦੇ ਹੋ ਜਾਂ ਗਲੀ, ਉਸ ਦੇ ਵਿੱਚੋਂ ਨਿਕਲ ਕੇ ਐਕਟਿਵਾ ਸਵਾਰ ਜਿਹੜੀ ਲੜਕੀ ਹੈ ਉਹ ਆਉਂਦੀ ਹੈ ਤੇ ਦੂਜੇ ਪਾਸੇ ਤੋਂ ਆਇਆ ਤੇਜ਼ ਰਫ਼ਤਾਰ ਬਾਈਕ ਵਾਲਾ ਉਸ ਨੂੰ ਟੱਕਰ ਮਾਰ ਦਿੰਦਾ ਹੈ, ਜ਼ਬਰਦਸਤ ਟੱਕਰ। ਤੇ ਸਭ ਦੇ ਵਿਚਾਲੇ ਕਿਉਂਕਿ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਅੰਮ੍ਰਿਤਸਰ ਜਿੱਥੇ ਐਨਕਾਊਂਟਰ ਦੀ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਉੱਥੇ ਨਿਊਜ਼ 18 ਦੀ ਟੀਮ ਪਹੁੰਚ ਚੁੱਕੀ ਹੈ ਉਸ ਥਾਂ ਦੇ ਉੱਤੇ, ਉਸ ਘਰ ਦੇ ਵਿੱਚ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਸਾਡੇ ਸਹਿਯੋਗੀ ਰਾਜੀਵ ਸ਼ਰਮਾ, ਉੱਥੋਂ ਤੁਹਾਨੂੰ ਪਲ-ਪਲ ਦੀ ਤਸਵੀਰ ਦਿਖਾਣਗੇ ਕਿ ਆਖਿਰ ਕਿਹੜੀ ਥਾਂ ਦੇ ਉੱਤੇ ਐਨਕਾਊਂਟਰ ਹੋਇਆ, ਕਿਸ ਤਰੀਕੇ ਨਾਲ ਗੋਲੀਆਂ ਵੱਜੀਆਂ ਹੋਈਆਂ। ਇਹ ਬਿਲਕੁਲ ਇਹ ਉਹੀ ਚੌਬਾਰਾ ਹੈ ਜਿੱਥੇ ਗੈਂਗਸਟਰ ਜਿਹੜਾ ਸੀ ਉੱਤੋਂ ਫਾਇਰਿੰਗ ਕਰ ਰਿਹਾ ਸੀ ਤੇ ਇਹ ਦੀਵਾਰ ਜਿਹੜੀ ਹੈ ਇਸ ਚੌਬਾਰੇ ਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੇ ਗੋਲੀਆਂ ਦੇ ਨਿਸ਼ਾਨ ਨੇ, ਅੰਦਰਲੇ ਪਾਸੇ ਵੀ ਗੋਲੀਆਂ ਕੇ ਨਿਸ਼ਾਨ ਦਿਖेंगे। एफएसएल की टीम ने यहां पर ਤਾਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੂਰੀ ਘਟਨਾ ਹੋਈ ਹੈ, ਜਿੱਥੇ ਵਾਪਰੀ ਹੈ ਤੇ ਕਿੰਨੀਆਂ ਗੋਲੀਆਂ ਲੱਗੀਆਂ ਨੇ। 18 ਤੱਕ ਨੰਬਰ ਤਾਂ ਇਸ ਸਮੇਂ ਨਜ਼ਰ ਆ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਸਿੱਧੀਆਂ ਤਸਵੀਰਾਂ ਨੇ ਨਿਊਜ਼ 18 ਦੇ ਉੱਤੇ। ਨਿਊਜ਼ 18 ਦੀ ਟੀਮ ਗਰਾਊਂਡ ਜ਼ੀਰੋ ਦੇ ਉੱਤੇ ਇਸ ਸਮੇਂ ਪਹੁੰਚੀ ਹੋਈ ਹੈ। ਬੁੱਧਵਾਰ ਨੂੰ ਇੱਥੇ ਹੀ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦਾ ਐਨਕਾਊਂਟਰ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਔਰ ਜਿੱਥੇ ਜਗਰੂਪ ਰੂਪਾ ਦੀ ਲਾਸ਼ ਪਈ ਹੋਈ ਸੀ, ਇਹ ਉਹੀ ਜਿਹੜੀਆਂ ਪੌੜੀਆਂ ਦਾ ਅਸੀਂ ਜ਼ਿਕਰ ਕਰ ਰਹੇ ਸੀ ਕਿ ਪੌੜੀਆਂ ਚੜ੍ਹਦੀਆਂ ਨੇ ਜਿਵੇਂ ਇੱਕ ਮੌਂਟੀ ਬਣਾ ਦਿੱਤੀ ਜਾਂਦੀ ਹੈ, ਉਸ ਦੀਆਂ ਹੀ ਤਸਵੀਰਾਂ ਨੇ। ਤੇ ਜਿਹੜੀ ਕੰਧ ਟੁੱਟੀ ਹੋਈ ਹੈ ਤੇ ਇਹੀ ਜਾਣਕਾਰੀ ਹੈ ਕਿ ਇਹ ਕੰਧ ਹੈਂਡ ਗ੍ਰੇਨੇਡ ਸੁੱਟਿਆ ਗਿਆ, ਤੇ ਉਸ ਤੋਂ ਬਾਅਦ ਜਿਹੜਾ ਇਹ ਪੂਰੇ ਆਪਰੇਸ਼ਨ ਨੂੰ ਕੰਪਲੀਟ ਕੀਤਾ ਗਿਆ। ਪਰ ਜਿਹੜੀਆਂ ਦੀਵਾਰ ਦੇ ਉੱਤੇ ਗੋਲੀ ਦੀਆਂ ਨਿਸ਼ਾਨ ਨੇ, ਤਸਵੀਰਾਂ ਨੇ, ਸਭ ਕੁਝ ਬਿਆਨ ਹੋ ਰਿਹਾ ਹੈ। ਪੁਲਿਸ ਨੇ ਪੂਰੀ ਪਲੈਨਿੰਗ ਦੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਜਿਹੜੀ AGTF ਦੀ ਟੀਮ ਸੀ, ਐਂਟੀ ਗੈਂਗਸਟਰ ਟਾਸਕ ਫੋਰਸ, ਉੱਥੇ ਪਹੁੰਚੀ ਹੋਈ ਸੀ, ਮੋਰਚਾ ਉਹਨਾਂ ਨੇ ਸੰਭਾਲਿਆ ਸੀ ਤੇ ਉਸ ਤੋਂ ਬਾਅਦ ਇਸ ਘਰ ਦੇ ਵਿੱਚ ਜਾ ਕੇ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰੀਕੇ ਨਾਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਜੋ ਹੁਣ ਤੱਕ ਦੀਆਂ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ, ਅੰਦਰ ਜਾਣ ਦੀ ਫਿਲਹਾਲ ਲੱਗ ਰਿਹਾ ਕਿ ਇਜਾਜ਼ਤ ਨਹੀਂ ਦਿੱਤੀ ਗਈ ਹੈ, ਪਰ ਉਸ ਘਰ ਦੇ ਅੱਗੇ ਤੱਕ ਟੀਮ ਜ਼ਰੂਰ ਪਹੁੰਚੀ ਹੈ। ਨਿਊਜ਼ 18 ਦੀ ਟੀਮ ਪਹੁੰਚੀ ਹੈ। ਸਭ ਤੋਂ ਪਹਿਲਾਂ ਨਿਊਜ਼ 18 ਤੁਹਾਡੇ ਤੱਕ ਪਹੁੰਚਾ ਰਿਹਾ ਕਿ ਕਿਸ ਤਰੀਕੇ ਨਾਲ ਇਹ ਗੈਂਗਸਟਰ ਉੱਥੇ ਲੁਕੇ ਹੋਏ ਸਨ। ਇਸ ਘਰ ਦੇ ਵਿੱਚ ਇਹ ਦਰਵਾਜ਼ਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ, ਇਸ ਦਰਵਾਜ਼ੇ ਦੇ ਜ਼ਰੀਏ ਹੀ ਅੰਦਰ ਹੀ ਪਹੁੰਚੇ ਸਨ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਤੇ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ, ਗੋਲੀਆਂ ਦੇ ਨਿਸ਼ਾਨ ਕੰਧਾਂ ਦੇ ਉੱਤੇ ਸਾਫ਼ ਤੌਰ ਤੇ ਨਜ਼ਰ ਆਉਂਦੇ ਨੇ ਕਿਉਂਕਿ ਇੱਕ ਵੱਡਾ ਆਪਰੇਸ਼ਨ ਸੀ ਔਰ ਦੋਵੇਂ ਪਾਸੇ ਤੋਂ ਸੈਂਕੜੇ ਫਾਇਰ ਹੋਏ ਨੇ, ਯਾਨੀ ਕਿ ਸੈਂਕੜੇ ਰਾਉਂਡ ਗੋਲੀਆਂ ਦੋਵੇਂ ਪਾਸੇ ਤੋਂ ਚੱਲੀਆਂ ਨੇ। ਪੁਲਿਸ ਨੇ ਵੀ ਚਲਾਈਆਂ ਤੇ ਦੂਜੇ ਪਾਸੇ ਜਿਹੜੇ ਦੋਵੇਂ ਗੈਂਗਸਟਰ ਸੀ ਉਹਨਾਂ ਦੇ ਵੱਲੋਂ ਵੀ ਸੈਂਕੜੇ ਰਾਉਂਡ ਚਲਾਏ ਗਏ ਨੇ। ਤਾਂ ਇਹ ਤਸਵੀਰ ਬਿਆਨ ਕਰ ਰਹੀ ਹੈ ਉਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਤੁਹਾਨੂੰ ਬਿਲਕੁਲ ਉੱਪਰ ਨਜ਼ਰ ਆ ਰਿਹਾ ਹੋਏਗਾ ਕਿ ਜਿੱਥੇ ਟੁੱਟੀ ਹੋਈ ਦੀਵਾਰ ਤੁਹਾਨੂੰ ਨਜ਼ਰ ਆ ਰਹੀ ਹੈ, ਜਿਹੜੀਆਂ ਪੌੜੀਆਂ ਛੱਤ ਤੇ ਤੱਕ ਜਾਂਦੀਆਂ ਨੇ, ਉਸ ਮੌਂਟੀ ਦੀ ਤਸਵੀਰ ਹੈ। ਉਹ ਜਿਹੜਾ ਉੱਪਰ ਇੱਕ ਚੁਬਾਰਾ ਜਿਸ ਤਰੀਕੇ ਨਾਲ ਪਾਇਆ ਹੁੰਦਾ ਉਸ ਤਰੀਕੇ ਦੀ ਤਸਵੀਰ ਹੈ। ਤੇ ਇਹ ਵੀ ਜਾਣਕਾਰੀ ਹੈ ਕਿ ਜਿਹੜੀ ਦੀਵਾਰ ਟੁੱਟੀ ਹੈ ਇਹ ਵੀ ਪੁਲਿਸ ਦੇ ਵੱਲੋਂ ਜਿਹੜਾ ਗ੍ਰੇਨੇਡ ਸੁੱਟਿਆ ਗਿਆ ਸੀ ਉਸ ਦੇ ਨਾਲ ਇਹ ਦੀਵਾਰ ਟੁੱਟੀ ਹੈ। ਤੇ ਦੀਵਾਰ ਦੇ ਬਿਲਕੁਲ ਅੰਦਰ ਵਾਲੇ ਪਾਸੇ ਜਗਰੂਪ ਰੂਪਾ ਸੀ ਔਰ ਪੁਲਿਸ ਦੇ ਵੱਲੋਂ ਲਗਾਤਾਰ ਇੱਥੋਂ ਫਾਇਰਿੰਗ ਕੀਤੀ ਗਈ। ਦੀਵਾਰ ਵੀ ਇੱਕ ਪਾਸੇ ਟੁੱਟੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ, ਜਿਹੜੀ ਅਸੀਂ ਦਿਖਾਈ ਸੀ ਤੁਹਾਨੂੰ। ਉੱਥੋਂ ਵੀ ਲੱਗ ਰਿਹਾ ਕਿ ਪੁਲਿਸ ਨੇ ਉੱਥੋਂ ਥੋੜੀ ਜਿਹੀ ਕੱਢ ਕੇ ਇੱਟਾਂ ਤੇ ਉੱਥੋਂ ਬੈਠ ਕੇ ਵੇ ਫਾਇਰ ਕੱਢੇ ਨੇ। ਤਾਂ ਐਕਸਕਲੂਸਿਵ ਤਸਵੀਰਾਂ ਇਸ ਸਮੇਂ ਜਿੱਥੇ ਐਨਕਾਊਂਟਰ ਹੋਇਆ ਉੱਥੇ ਨਿਊਜ਼ 18 ਦੀ ਟੀਮ ਬੁੱਧਵਾਰ ਨੂੰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਗੁੱਸਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਉੱਥੇ ਦੀਆਂ ਐਕਸਕਲੂਸਿਵ ਤਸਵੀਰਾਂ। ਸਿੱਧਾ ਰੁਕ ਕਰਦੇ ਹਾਂ, ਰਾਜੀਵ ਸ਼ਰਮਾ ਸਾਡੇ ਸਹਿਯੋਗੀ ਸਾਡੇ ਨਾਲ ਨੇ। ਰਾਜੀਵ, ਕੀ ਕੁਝ ਜਾਣਕਾਰੀ ਤੁਹਾਡੇ ਕੋਲ? ਜੀ ਹਾਂ ਗੌਰਵ, ਪੁਲਿਸ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਔਰ ਕੱਲ ਹੀ DCP ਨੇ ਕਿਹਾ ਸੀ ਕਿ 2 ਦਿਨ ਬਾਅਦ ਹੋ ਸਕਦਾ ਕਿ ਮੀਡੀਆ ਨੂੰ ਉਸ ਘਰ ਦੇ ਵਾਲੇ ਪਾਸੇ
ਜਾਣ ਦਿੱਤਾ ਜਾਵੇ। ਤਾਂ ਫਿਲਹਾਲ ਹਾਲੇ ਘਰ ਦੇ ਅੰਦਰ ਦੀ ਕਵਰੇਜ ਕਰਨ ਦਿੱਤੀ ਜਾਵੇਗੀ ਜਾਂ ਨਹੀਂ, ਇਹ ਤਾਂ ਕੁਝ ਦੇਰ ਬਾਅਦ ਪਤਾ ਲੱਗੇਗਾ। ਪਰ ਫਿਲਹਾਲ ਜਿਹੜੇ ਮੌਕੇ ਤੇ ਡੀਐਸਪੀ ਮੌਜੂਦ ਨੇ ਸੰਜੀਵ ਕੁਮਾਰ, ਜਿਨ੍ਹਾਂ ਦੇ ਨਾਲ ਕੱਲ ਵੀ ਅਸੀਂ ਗੱਲਬਾਤ ਕੀਤੀ ਸੀ, ਤਾਂ ਉਹ ਹੁਣ ਮੀਡੀਆ ਨੂੰ ਇਸ ਘਰ ਦੇ ਬਿਲਕੁਲ ਬਾਹਰ ਤੱਕ ਲੈ ਕੇ ਪਹੁੰਚੇ ਨੇ। ਤਾਂ ਇੱਥੋਂ ਦੀਆਂ ਤਸਵੀਰਾਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਤਾਂ ਇਹ ਉਹੀ ਘਰ ਹੈ ਜਿਹਦੀਆਂ ਤਸਵੀਰਾਂ ਪਰਸੋਂ ਅਸੀਂ ਬਹੁਤ ਦੂਰ ਤੋਂ ਜੋ ਹੈ ਜ਼ੂਮ ਇਨ ਕਰਕੇ ਦਿਖਾ ਰਹੇ ਸੀ, ਔਰ ਉਸ ਵੇਲੇ ਧੂਏ ਦੇ ਜਿਹੜੇ ਗੁਬਾਰ ਨੇ ਉਹ ਵੀ ਉੱਡਦੇ ਹੋਏ ਨਜ਼ਰ ਆ ਰਹੇ ਨੇ। ਤਾਂ ਹੁਣ ਉਹ ਦਰਸ਼ਕ ਸਮਝ ਸਕਦੇ ਨੇ ਕਿ ਉਹ ਧੂਏ ਦੇ ਗੁਬਾਰ ਜਿਹੜੇ ਉੱਡ ਰਹੇ ਸੀ, ਉਸ ਦਾ ਇਹ ਅਸਰ ਹੈ ਕਿ ਇਸ ਘਰ ਦੀਆਂ ਜਿਹੜੀਆਂ ਕੰਧਾਂ ਨੇ, ਬਨੇਰੇ ਨੇ, ਉਹ ਟੁੱਟੇ ਹੋਏ ਨੇ। ਕੰਧਾਂ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਨੇ, ਔਰ ਜਿਹੜਾ ਘਰ ਦੇ ਉੱਪਰ ਇੱਕ ਚਬੂਤਰਾ ਨਜ਼ਰ ਆ ਰਿਹਾ, ਉਸ ਦੇ ਵਾਲੇ ਪਾਸੇ ਹੀ ਪੁਲਿਸ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਸੀ, ਕਿਉਂਕਿ ਉੱਥੋਂ ਇੱਕ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਦੀਵਾਰ ਦੇ ਉੱਪਰ ਇੱਕ ਵੱਡਾ ਛੇਕ ਨਜ਼ਰ ਆ ਰਿਹਾ, ਜਿਸ ਤਰ੍ਹਾਂ ਇੱਕ ਰੌਸ਼ਨਦਾਨ ਹੁੰਦਾ ਹੈ ਘਰ ਦੇ ਵਿੱਚ। ਤਾਂ ਉਸ ਤੇ ਥਾਂ ਤੇ ਹੀ ਇੱਕ ਪਰਛੱਤੀ ਤੇ ਖੜੇ ਹੋ ਕੇ ਜਗਰੂਪ ਰੂਪਾ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਸੀ, ਜਿਸ ਵੱਲ ਪੁਲਿਸ ਵੱਲੋਂ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵੈਪਨਾਂ ਦੇ ਨਾਲ ਅਟੈਕ ਕੀਤਾ ਜਾ ਰਿਹਾ ਸੀ। ਤਾਂ ਇਹ ਉਸ ਘਰ ਦੀਆਂ ਤਸਵੀਰਾਂ ਨੇ ਜਿਸ ਘਰ ਦੇ ਵਿੱਚ ਪਰਸੋਂ ਜੋ ਹੈ ਇੱਕ ਐਨਕਾਊਂਟਰ ਹੋਇਆ। 52 ਦਿਨਾਂ ਬਾਅਦ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਇੱਥੇ ਇਹ ਗੈਂਗਸਟਰ ਪਹੁੰਚਦੇ ਨੇ, ਜਿੱਥੇ ਪੁਲਿਸ ਜੋ ਹੈ ਉਹਨਾਂ ਨੂੰ ਲੱਭਦੀ ਉਹਨਾਂ ਦੀ ਪੈੜ ਨੱਪਦੀ ਹੋਈ ਇੱਥੇ ਤੱਕ ਪਹੁੰਚਦੀ ਹੈ। ਔਰ ਉਸ ਤੋਂ ਬਾਅਦ ਕਰੀਬ 4.5 ਘੰਟੇ ਇਹ ਜਿਹੜਾ ਆਪਰੇਸ਼ਨ ਹੈ ਪੁਲਿਸ ਦਾ ਉਹ ਚੱਲਦਾ। ਉਸ ਤੋਂ ਬਾਅਦ 4:30 ਵਜੇ ਦੇ ਕਰੀਬ ਇਸੇ ਹੀ ਘਰ ਦੀ ਛੱਤ ਦੇ ਉੱਤੇ ਜਿਹੜੀ ਅਸੀਂ ਤਸਵੀਰ ਸਭ ਤੋਂ ਪਹਿਲਾਂ ਦਿਖਾਈ ਸੀ ਕਿ ਕੁਝ ਪੰਜਾਬ ਪੁਲਿਸ ਦੇ ਜਿਹੜੇ ਕਮਾਂਡੋ ਨੇ ਔਰ ਸਵੈਟ ਟੀਮ ਦਾ ਜਿਹੜਾ ਹਿੱਸਾ ਨੇ, ਜਾਂ ਫਿਰ ਐਂਟੀ ਗੈਂਗਸਟਰ ਜੋ ਟਾਸਕ ਫੋਰਸ ਹੈ ਉਸ ਦੇ ਜਿਹੜੇ ਅਧਿਕਾਰੀ ਨੇ, ਤਾਂ ਉਹ ਇਸ ਘਰ ਦੀ ਛੱਤ ਦੇ ਉੱਤੇ ਨਜ਼ਰ ਆਏ ਸੀ। ਇੱਥੋਂ ਇੱਕ ਕਮਾਂਡੋ ਵੱਲੋਂ ਹੱਥ ਹਿਲਾ ਕੇ ਇਸ਼ਾਰਾ ਕੀਤਾ ਗਿਆ ਸੀ ਕਿ ਜੋ ਆਪਰੇਸ਼ਨ ਹੈ ਜਾਂ ਐਨਕਾਊਂਟਰ ਹੈ ਉਹ ਫਤਿਹ ਹੋ ਗਿਆ, ਉਹ ਪੂਰਾ ਕਰ ਲਿਆ ਗਿਆ। ਤਾਂ ਇਹ ਹੁਣ ਉਸ ਘਰ ਦੇ ਬਿਲਕੁਲ ਕਰੀਬ ਤੋਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਹਾਲਾਂਕਿ ਕੱਲ ਵੀ ਸਵੇਰੇ ਅਸੀਂ ਕੁਝ ਨੇੜੇ ਜਾ ਕੇ ਜੋ ਹੈ ਕੋਈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਸ ਵੇਲੇ ਬਿਲਕੁਲ ਇਸ ਘਰ ਦੀ ਜੋ ਮੇਨ ਐਂਟਰੈਂਸ ਹੈ ਉੱਥੇ ਇਸ ਵੇਲੇ ਅਸੀਂ ਮੌਜੂਦ ਹਾਂ। ਉੱਥੋਂ ਹੀ ਜਿਹੜਾ ਨਿਊਜ਼ 18 ਦਾ ਕੈਮਰਾ ਇਸ ਵੇਲੇ ਇਹ ਤਸਵੀਰਾਂ ਜੋ ਹੈ ਤੁਹਾਡੇ ਤੱਕ ਵੀ ਔਰ ਦਰਸ਼ਕਾਂ ਤੱਕ ਪਹੁੰਚਾਉਣ ਦੇ ਵਿੱਚ ਜੋ ਹੈ ਅਸੀਂ ਕਾਮਯਾਬ ਹੋਏ ਹਾਂ, ਔਰ ਕੋਸ਼ਿਸ਼ ਕਰਾਂਗੇ ਕਿ ਘਰ ਦੇ ਅੰਦਰ ਦੇ ਹਾਲਾਤ ਜਿਹੜੇ ਨੇ, ਕਿਉਂਕਿ ਅਧਿਕਾਰੀਆਂ ਦੇ ਨਾਲ ਜੋ ਗੱਲਬਾਤ ਹੋਈ ਉਹਨਾਂ ਦੇ ਮੁਤਾਬਕ ਘਰ ਦੇ ਅੰਦਰ ਬਹੁਤ ਸਾਰੇ ਜਿਹੜੇ ਖੋਲ ਨੇ ਉਹ ਹੱਲੇ ਪਏ ਹੋਏ ਨੇ, ਕਿਉਂਕਿ ਫੋਰੈਂਸਿਕ ਟੀਮ ਇੱਥੇ ਪਹੁੰਚੀ ਸੀ, ਵੀਡੀਓਗ੍ਰਾਫੀ ਕੀਤੀ ਗਈ, ਫੋਟੋਗ੍ਰਾਫੀ ਪੂਰੇ ਇਸ ਘਰ ਦੀ ਕੀਤੀ ਗਈ। ਔਰ ਅੱਜ ਜੋ ਹੈ ਐਸਡੀਐਮ ਵੀ ਪਹੁੰਚੇ ਸੀ, ਐਸਡੀਐਮ ਦੇ ਨਾਲ ਉਹਨਾਂ ਦੀ ਆਪਣੀ ਪ੍ਰਸ਼ਾਸਨਿਕ ਟੀਮ ਜਿਹੜੀ ਹੈ ਉਹ ਆਈ ਸੀ। ਔਰ ਇਸ ਤੋਂ ਇਲਾਵਾ ਜੋ ਇਸ ਘਰ ਦਾ ਮਾਲਕ ਹੈ ਉਸ ਨੂੰ ਵੀ ਅੱਜ ਬੁਲਾਇਆ ਗਿਆ ਸੀ, ਤਾਂ ਉਸ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ, ਕਿਉਂਕਿ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ਤੇ ਇੱਕ ਜਿਹੜੀ ਰਿਪੋਰਟ ਆ ਉਹ ਦਿੱਤੀ ਜਾਂਦੀ ਹੈ ਜਦੋਂ ਅਜਿਹੇ ਐਨਕਾਊਂਟਰ ਪੁਲਿਸ ਵੱਲੋਂ ਕੀਤੇ ਜਾਂਦੇ ਨੇ। ਤਾਂ ਇਹ ਘਰ ਦੀਆਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਨੇ ਇਸ ਵੇਲੇ ਸਿਰਫ ਤੇ ਸਿਰਫ ਨਿਊਜ਼ 18 ਤੇ ਦਰਸ਼ਕ ਦੇਖ ਰਹੇ ਨੇ। ਔਰ ਲਗਾਤਾਰ ਜੋ ਨਿਊਜ਼ 18 ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕਿਸੇ ਵੀ ਵੱਡੇ ਮਾਮਲੇ ਜਿਸ ਬਾਰੇ ਲੋਕ ਜਾਣਨਾ ਚਾਹੁੰਦੇ ਨੇ ਤਾਂ ਉਸ ਮਾਮਲੇ ਦੇ ਬਾਰੇ ਅਸੀਂ ਲਗਾਤਾਰ ਪਿਛਲੇ ਜੋ ਹੈ 3 ਦਿਨਾਂ ਤੋਂ ਜੋ ਹੈ ਲਗਾਤਾਰ ਕਵਰੇਜ ਦਿਖਾ ਰਹੇ ਹਾਂ, ਔਰ ਇਸ ਘਰ ਦੇ ਅੰਦਰ ਜਾਣ ਦੀ ਵੀ ਕੋਸ਼ਿਸ਼ ਥੋੜੀ ਦੇਰ ਬਾਅਦ ਜ਼ਰੂਰ ਕਰਾਂਗੇ। ਪਰ ਫਿਲਹਾਲ ਬਾਹਰ ਜਿੱਥੇ ਅਸੀਂ ਪਹੁੰਚੇ ਇਸ ਵੇਲੇ ਉੱਥੋਂ ਦੀਆਂ ਇਹ ਤਸਵੀਰਾਂ ਨੇ, ਜਿੱਥੇ ਉਸ ਦਿਨ ਤਾਬੜਤੋੜ ਗੋਲੀਆਂ ਚੱਲਦੀਆਂ ਸੀ। ਇੱਕ ਪਾਸੇ ਘਰ ਦੇ ਅੰਦਰ ਗੈਂਗਸਟਰ ਮੌਜੂਦ ਸੀ ਔਰ ਘਰ ਦੇ ਚਾਰੇ ਪਾਸੇ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਸੀ, ਔਰ ਆਸ-ਪਾਸ ਦੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਜ਼ਰੂਰ ਸੀ, ਕਿਉਂਕਿ ਲੋਕਾਂ ਨੂੰ ਪਹਿਲਾਂ ਤਾਂ ਇਹ ਸਮਝਣ ਦੇ ਵਿੱਚ ਕਾਫੀ ਦੇਰੀ ਲੱਗੀ। ਪਰ ਜਦੋਂ ਅਸੀਂ ਇਹ ਖਬਰ ਨਸ਼ਰ ਕੀਤੀ ਕਿ ਇਸ ਘਰ ਦੇ ਵਿੱਚ ਗੈਂਗਸਟਰ ਨੇ ਔਰ ਉਹਨਾਂ ਗੈਂਗਸਟਰਾਂ ਦੀ ਘੇਰਾਬੰਦੀ ਕਰਕੇ ਪੁਲਿਸ ਉਹਨਾਂ ਨੂੰ ਜੋ ਹੈ, ਕਿਉਂਕਿ ਪਹਿਲਾਂ ਏਡੀਜੀਪੀ ਨੇ ਵੀ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਜੋ ਸਰੈਂਡਰ ਕਰਨ ਦੇ ਲਈ ਕਿਹਾ ਗਿਆ, ਅਪੀਲ ਕੀਤੀ ਗਈ, ਪਰ ਉਹਨਾਂ ਨੇ ਪੁਲਿਸ ਦੀ ਟੀਮ ਦੇ ਉੱਪਰ ਫਾਇਰ ਖੋਲ ਦਿੱਤੇ, ਯਾਨੀ ਕਿ ਫਾਇਰਿੰਗ ਕਰ ਦਿੱਤੀ। ਉਸ ਤੋਂ ਬਾਅਦ ਇਸ ਐਨਕਾਊਂਟਰ ਦੀ ਸ਼ੁਰੂਆਤ ਹੋਈ ਜੋ ਕਿ 4.5 ਘੰਟੇ ਚੱਲਿਆ। ਔਰ ਇਸ ਘਰ ਦੀ ਜਿਹੜੀ ਆ ਹਰ ਕੋਈ ਤਸਵੀਰ ਦੇਖਣਾ ਵੀ ਚਾਹੁੰਦਾ, ਕਿਉਂਕਿ ਇਸ ਘਰ ਬਾਰੇ ਪਹਿਲਾਂ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਖਾਲੀ ਘਰ ਹੈ। ਪਹਿਲਾਂ ਇਹ ਚਰਚਾਵਾਂ ਸੀ ਕਿ ਘਰ ਦੇ ਵਿੱਚ ਕੋਈ ਹੋ ਸਕਦਾ ਹੈ। ਤਾਂ ਇਹ ਬਿਲਕੁਲ ਇੱਕ ਢਾਣੀ ਕਹਿ ਲਈਏ ਜਾਂ ਡੇਰਾ ਕਹਿ ਲਈਏ, ਤਾਂ ਮਾਝੇ ਦੇ ਖੇਤਰ ਦੇ ਵਿੱਚ ਇਸ ਨੂੰ ਅਸੀਂ ਬੈਕਾਂ ਵੀ ਕਹਿ ਦਿੰਦੇ ਹਾਂ, ਜੋ ਖੇਤਾਂ ਦੇ ਵਿੱਚ ਜਿਹੜੇ ਘਰ ਹੁੰਦੇ ਨੇ। ਤਾਂ ਇਹ ਉਹ ਬੈਕ ਹੈ ਜਿੱਥੇ ਕਿ ਉਸ ਦਿਨ ਪੂਰਾ ਘਟਨਾਕ੍ਰਮ ਵਾਪਰਿਆ। ਔਰ ਹੁਣ ਇਸ ਵੇਲੇ ਦੀ ਜਿਹੜੀ ਤਸਵੀਰ ਹੈ ਉਹ ਖੁਦ ਬਹੁਤ ਕੁਝ ਬਿਆਨ ਕਰ ਰਹੀ ਹੋਏਗੀ, ਔਰ ਲੋਕ ਵੀ ਸਮਝ ਸਕਦੇ ਹੋਣਗੇ ਕਿ ਆਖਿਰਕਾਰ ਕਿੰਨੇ ਕੁ ਜ਼ਿਆਦਾ ਰਾਉਂਡ ਫਾਇਰ ਹੋਏ ਹੋਣਗੇ, ਜਿਹੜੇ ਇਸ ਘਰ ਦਾ ਪੂਰਾ ਨਕਸ਼ਾ ਜਿਹੜਾ ਉਹਨਾਂ ਗੋਲੀਆਂ ਨੇ, ਉਹਨਾਂ ਉਸ ਬਾਰੂਦ ਨੇ ਜੋ ਹੈ ਬਦਲ ਕੇ ਰੱਖ ਦਿੱਤਾ। ਜੀ ਗੌਰਵ, ਲਾਜ਼ਮੀ ਤੌਰ ਤੇ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ, ਇਹ ਉਸ ਘਰ ਦੀਆਂ ਤਸਵੀਰਾਂ ਨੇ। ਜਿਵੇਂ ਰਾਜੀਵ ਸਾਡੇ ਸਹਿਯੋਗੀ ਪੂਰੀ ਜਾਣਕਾਰੀ ਦੇ ਰਹੇ ਨੇ ਕਿ ਕਿਸ ਤਰੀਕੇ ਨਾਲ ਇਸ ਪੂਰੇ ਘਰ ਦੇ ਵਿੱਚ ਆ ਕੇ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਕੋਸਾ ਲੁਕ ਗਏ ਸਨ ਤੇ ਉਸ ਤੋਂ ਬਾਅਦ ਪੁਲਿਸ ਨੇ ਘੇਰਾ ਪਾਇਆ, ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ।
ਔਰ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਦੋਵਾਂ ਗੈਂਗਸਟਰਾਂ ਦਾ ਐਨਕਾਊਂਟਰ ਹੋ ਗਿਆ, ਉਹਨਾਂ ਦੀ ਮੌਤ ਹੋ ਗਈ। ਤੇ ਇਸ ਵਿਚਾਲੇ ਇਸ ਘਰ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ, ਕਿਉਂਕਿ ਪੁਲਿਸ ਇਸ ਪੂਰੇ ਘਰ ਦੇ ਜਿਹੜੇ ਸੈਂਪਲਸ ਵੱਖ-ਵੱਖ ਟੀਮਾਂ ਉੱਥੇ ਪਹੁੰਚਦੀਆਂ ਨੇ, ਫੋਰੈਂਸਿਕ ਸੈਂਪਲਸ ਲਏ ਜਾਂਦੇ ਨੇ। ਇਸ ਕਰਕੇ ਹੁਣ ਤੱਕ ਇਸ ਘਰ ਦੇ ਨੇੜੇ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਪੂਰੇ ਇਲਾਕੇ ਨੂੰ ਕਰੀਬ 1.5 ਕਿਲੋਮੀਟਰ ਦੇ ਇਲਾਕੇ ਨੂੰ ਸੀਲ ਕੀਤਾ ਗਿਆ ਸੀ। ਪਰ ਹੁਣ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਮੀਡੀਆ ਨੂੰ ਉੱਥੇ ਲੈ ਕੇ ਜ਼ਰੂਰ ਪਹੁੰਚੇ ਨੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਫਿਲਹਾਲ ਘਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਘਰ ਨੂੰ ਬਾਹਰ ਤੋਂ ਹੀ ਫਿਲਹਾਲ ਅਸੀਂ ਤੁਹਾਨੂੰ ਦਿਖਾ ਪਾ ਰਹੇ ਹਾਂ। ਦੋ ਤਸਵੀਰਾਂ ਦੇਖ ਰਹੇ ਹਾਂ, ਜਿਸ ਥਾਂ ਦੇ ਉੱਤੇ ਐਨਕਾਊਂਟਰ ਹੋਇਆ ਉਸ ਦਿਨ ਦੀ ਵੀ ਤਸਵੀਰ ਹੈ, ਔਰ ਦੂਜੀਆਂ ਅੱਜ ਦੀਆਂ ਤਸਵੀਰਾਂ ਨੇ ਜਿੱਥੇ ਐਨਕਾਊਂਟਰ ਹੋਇਆ ਸੀ। ਉਸ ਪੂਰੇ ਘਰ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਔਰ ਘਰ ਦੇ ਆਲੇ ਦੁਆਲੇ ਕਾਫੀ ਥਾਵਾਂ ਦੇ ਉੱਤੇ, ਕਿਉਂਕਿ ਘਰ ਦੇ ਬਿਲਕੁਲ ਸਾਹਮਣੇ ਜਦੋਂ ਫਾਇਰ ਕੀਤੇ ਗਏ ਨੇ ਤਾਂ ਕੁਝ ਹੋਰ ਛੋਟੀਆਂ ਦੀਵਾਰਾਂ ਲੱਗ ਰਹੀਆਂ ਨੇ। ਇੱਕ ਪੇੜ ਦੇ ਹੇਠਾਂ ਉੱਥੇ ਵੀ ਗੋਲੀਆਂ ਦੇ ਨਿਸ਼ਾਨ ਨੇ। ਇਨਫੈਕਟ ਪੇੜ ਦੇ ਉੱਪਰ ਵੀ ਗੋਲੀਆਂ ਦੇ ਨਿਸ਼ਾਨ ਨੇ। ਤਾਂ ਜਿਹੜੀ ਫੋਰੈਂਸਿਕ ਟੀਮਾਂ ਨੇ ਉਹਨਾਂ ਦੇ ਵੱਲੋਂ ਹਰ ਇੱਕ ਤੇ ਜਿਹੜੀਆਂ ਜਾਂਚ ਕਰ ਰਹੀਆਂ ਨੇ ਉਹਨਾਂ ਟੀਮਾਂ ਦੇ ਵੱਲੋਂ ਹਰ ਇੱਕ ਥਾਂ ਨੂੰ ਦੇਖਿਆ ਗਿਆ ਕਿ ਕਿੱਥੇ-ਕਿੱਥੇ ਜਾ ਕੇ ਗੋਲੀਆਂ ਵੱਜੀਆਂ ਨੇ ਜਦੋਂ ਗੈਂਗਸਟਰਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤੇ ਜਾ ਰਹੇ ਸੀ। ਤਾਂ ਉਹ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਖੈਰ ਜਾਂਚ ਅੱਗੇ ਵਧ ਰਹੀ ਹੈ। ਪਰ ਉੱਥੇ ਸੈਂਕੜੇ ਰਾਉਂਡ ਫਾਇਰਿੰਗ ਹੋਈ ਹੈ, ਸੈਂਕੜੇ ਰਾਉਂਡ ਉੱਥੇ ਫਾਇਰਿੰਗ ਹੋਈ ਹੈ ਗੈਂਗਸਟਰਾਂ ਦੇ ਵੱਲੋਂ ਵੀ, ਤੇ ਨਾਲ ਹੀ ਪੁਲਿਸ ਨੇ ਤਾਂ ਕਰਨੀ ਹੀ ਸੀ। ਪੁਲਿਸ ਨੇ ਤਾਂ ਪੂਰੇ ਘਰ ਨੂੰ ਹੀ ਘੇਰਾ ਪਾ ਲਿਆ ਸੀ। ਤਾਂ ਜਿਸ ਵਾਲੇ ਪਾਸੇ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਬੈਠ ਕੇ ਕਰ ਰਹੇ ਸੀ ਫਾਇਰ, ਮੋਰਚਾ ਉਹਨਾਂ ਨੇ ਸੰਭਾਲਿਆ ਹੋਇਆ ਸੀ, ਤਾਂ ਉਸ ਵਾਲੇ ਪਾਸੇ ਜ਼ਬਰਦਸਤ ਫਾਇਰਿੰਗ ਕੀਤੀ ਗਈ ਸੀ। ਤਾਂ ਉੱਥੇ ਪੇੜ ਦੇ ਉੱਤੇ ਵੀ ਗੋਲੀਆਂ ਦੇ ਬਹੁਤ ਸਾਰੇ ਨਿਸ਼ਾਨ ਨੇ। ਤਾਂ ਸੈਂਕੜੇ ਹੀ ਗੋਲੀਆਂ ਹੋਣਗੀਆਂ ਜਿੱਥੇ ਉਹਨਾਂ ਦੇ ਨਿਸ਼ਾਨ, ਖੋਲ, ਹੋਰ ਜਿਹੀਆਂ ਚੀਜ਼ਾਂ ਉੱਥੇ ਪਈਆਂ ਹੋਈਆਂ ਨੇ। ਕਿਉਂਕਿ ਇਹ ਵੀ ਜਾਣਕਾਰੀ, ਜਿਵੇਂ ਰਾਜੀਵ ਸਾਡੇ ਸਹਿਯੋਗੀ ਵੀ ਜਾਣਕਾਰੀ ਦੇ ਰਹੇ ਨੇ ਕਿ ਪੁਲਿਸ ਨੇ ਵੀ ਦੱਸਿਆ ਕਿ ਅੰਦਰ ਅਜੇ ਵੀ ਜਿਹੜੇ ਗੋਲੀਆਂ ਦੇ ਖੋਲ ਨੇ, ਹੋਰ ਚੀਜ਼ਾਂ ਨੇ ਉਹ ਪਈਆਂ ਹੋਈਆਂ ਨੇ। ਇਸ ਕਰਕੇ ਫਿਲਹਾਲ ਪੁਲਿਸ ਅੰਦਰ ਨਹੀਂ ਜਾਣ ਦੇ ਰਹੀ। ਪਰ ਉਸ ਘਰ ਦੇ ਆਲੇ ਦੁਆਲੇ ਦੀਆਂ ਤਸਵੀਰਾਂ, ਉਸ ਘਰ ਦੇ ਬਾਹਰ ਤੋਂ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਕੈਮਰੇ ਦੀ ਨਜ਼ਰ ਨਾਲ ਦਿਖਾ ਸਕਦੇ ਹਾਂ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾ ਰਹੇ ਹਾਂ। ਤਾਂ ਉਹ ਵੀ ਬਿਲਕੁਲ ਸਾਫ਼ ਹੋ ਰਿਹਾ ਕਿ ਘਰ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਹੀ ਪੂਰਾ ਮੁਕਾਬਲਾ ਚੱਲ ਰਿਹਾ ਸੀ। ਯਾਨੀ ਕਿ ਘਰ ਦਾ ਜਿੱਥੇ ਗੇਟ ਹੈ, ਗੇਟ ਵਾਲੇ ਪਾਸੇ ਹੀ ਇਹ ਪੂਰਾ ਮੁਕਾਬਲਾ ਚੱਲ ਰਿਹਾ ਸੀ। ਔਰ ਮਨਪ੍ਰੀਤ ਮਨੂ ਗੁੱਸਾ ਤੇ ਦੂਜੇ ਪਾਸੇ ਜਗਰੂਪ ਰੂਪਾ, ਇਹ ਦੋਵੇਂ ਛੱਤ ਦੇ ਉੱਤੇ ਚੜ੍ਹ ਕੇ ਫਾਇਰ ਕਰ ਰਹੇ ਸੀ। ਹੇਠਾਂ ਇਹਨਾਂ ਨੇ ਦਰਵਾਜ਼ੇ ਲਾਜ਼ਮੀ ਤੌਰ ਤੇ ਬੰਦ ਕਰ ਦਿੱਤੇ ਹੋਣਗੇ ਤੇ ਉਸ ਤੋਂ ਬਾਅਦ ਪੁਲਿਸ ਬਾਹਰ ਤੋਂ ਫਾਇਰ ਕਰ ਰਹੀ ਸੀ, ਘੇਰਾ ਪਾਇਆ ਹੋਇਆ ਸੀ। ਤਾਂ ਇਹ ਦੋਵੇਂ ਗੈਂਗਸਟਰ ਛੱਤ ਤੋਂ ਪੁਲਿਸ ਦੇ ਉੱਤੇ ਫਾਇਰ ਕਰ ਰਹੇ ਸੀ। ਜਿਹੜਾ ਚਬੂਤਰੇ ਦਾ ਜ਼ਿਕਰ ਰਾਜੀਵ ਕਰ ਰਹੇ ਸੀ ਉਸ ਦੇ ਵਿੱਚ ਲੁਕੀ ਜਾਂਦੇ ਸੀ ਵਾਰ-ਵਾਰ, ਔਰ ਉੱਥੋਂ ਆ ਕੇ ਪੁਲਿਸ ਦੇ ਉੱਤੇ ਗੋਲੀਆਂ ਚਲਾਉਂਦੇ ਸੀ। ਖੈਰ ਹੋ ਸਕਦਾ ਹੈ ਕਿ ਜਗਰੂਪ ਰੂਪੇ ਤੇ ਮਨਪ੍ਰੀਤ ਗੁੱਸੇ ਨੂੰ ਵੀ ਸ਼ਾਇਦ ਇੰਨੀ ਉਮੀਦ ਨਾ ਹੋਵੇ ਕਿ ਪੁਲਿਸ ਇੰਨੀ ਪੂਰੀ ਤਿਆਰੀ ਦੇ ਨਾਲ ਪਹੁੰਚੀ ਹੋਏਗੀ, ਤਾਂ ਉਹ ਲਗਾਤਾਰ ਪੁਲਿਸ ਦੇ ਉੱਤੇ ਫਾਇਰ ਕਰਦੇ ਰਹੇ। ਇਹ ਗੇਟ ਜਿਹੜਾ ਤੁਸੀਂ ਇਸ ਸਮੇਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਇਸ ਗੇਟ ਦੇ ਜ਼ਰੀਏ ਹੀ ਦੱਸਿਆ ਜਾ ਰਿਹਾ ਕਿ ਉਹ ਅੰਦਰ ਵੜੇ ਔਰ ਅੰਦਰ ਜਾ ਕੇ ਲੋਕ ਗਏ ਤੇ ਅੰਦਰ ਜਾ ਕੇ ਇੱਕ ਅਲੱਗ ਤੋਂ ਗੇਟ ਹੈ ਜਿਹੜਾ ਅੰਦਰ ਕਮਰੇ ਬਣੇ ਹੋਏ ਨੇ। ਪਹਿਲਾਂ ਖੁੱਲਾ ਵਿਹੜਾ ਛੱਡਿਆ ਹੋਇਆ, ਥੋੜੀ ਦੇਰ ਦੇ ਵਿੱਚ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗਾ। ਗੇਟ ਵੜਦੇ ਹੀ, ਜਿਹੜਾ ਗੇਟ ਤੁਹਾਡੀ ਟੀਵੀ ਸਕਰੀਨ ਤੇ ਹੁਣੇ ਨਜ਼ਰ ਆਇਆ, ਇਹ ਗੇਟ ਵੜਦੇ ਹੀ ਜਿਵੇਂ ਆਪਣੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਥਾਂ ਛੱਡੀ ਹੁੰਦੀ ਹੈ, ਖੁੱਲਾ ਵਿਹੜਾ ਛੱਡਿਆ ਹੁੰਦਾ ਤੇ ਉਸ ਤੋਂ ਬਾਅਦ ਜਾ ਕੇ ਪਿੱਛੇ ਜਿਹੜੇ ਕਮਰੇ ਪਾਏ ਹੁੰਦੇ ਨੇ, ਤਾਂ ਉੱਥੇ ਬਿਲਕੁਲ ਹੁਣ ਤਸਵੀਰ ਤੁਹਾਨੂੰ ਨਜ਼ਰ ਆਏਗੀ, ਨਜ਼ਰ ਆ ਰਹੀ ਹੈ ਬਿਲਕੁਲ ਵਿਹੜਾ ਖਾਲੀ ਛੱਡਿਆ ਹੋਇਆ ਹੈ। ਔਰ ਵਿਹੜੇ ਦੇ ਵਿੱਚ ਜਿਸ ਤਰੀਕੇ ਨਾਲ ਘਾਹ ਉੱਗਿਆ ਹੋਇਆ ਹੈ ਔਰ ਇਹ ਜਿਹੜੀਆਂ ਉੱਥੇ ਦੀਵਾਰਾਂ ਵੀ ਨੇ ਉਹ ਵੀ ਇਹ ਜ਼ਰੂਰ ਇਸ਼ਾਰਾ ਕਰ ਰਹੀਆਂ ਨੇ ਕਿ ਇੱਥੇ ਕੋਈ ਰਹਿ ਨਹੀਂ ਰਿਹਾ ਸੀ, ਯਾਨੀ ਕਿ ਇੱਥੇ ਕੋਈ ਫੈਮਿਲੀ ਨਹੀਂ ਰਹਿ ਰਹੀ ਸੀ, ਤਾਂ ਇੱਥੇ ਕੋਈ ਪਰਿਵਾਰ ਤਾਂ ਨਹੀਂ ਰਹਿ ਰਿਹਾ ਸੀ। ਇਹ ਇੱਕ ਤਸਵੀਰ ਤਾਂ ਜ਼ਰੂਰ ਇੱਥੇ ਦੇ ਹਾਲਾਤ ਦੇਖ ਕੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ। ਤੇ ਦੂਜੇ ਪਾਸੇ ਸਾਹਮਣੇ ਵੀ ਤੁਹਾਨੂੰ ਗੇਟ ਨਜ਼ਰ ਆ ਰਹੇ ਹੋਣਗੇ। ਇਹ ਉੱਪਰ ਜਿਹੜੀ ਛੱਤ ਨਜ਼ਰ ਆ ਰਹੀ ਹੈ ਉੱਥੇ ਬੈਠ ਕੇ ਇਹ ਰੁੱਖਾਂ ਦੇ ਪਿਛਲੇ ਵਾਲੇ ਪਾਸੇ, ਦਰਖਤਾਂ ਦੇ ਪਿਛਲੇ ਵਾਲੇ ਪਾਸੇ ਜਿਹੜਾ ਚਬੂਤਰਾ ਹੈ, ਯਾਨੀ ਕਿ ਪੌੜੀਆਂ ਜਿਹੜੀਆਂ ਅੰਦਰੋਂ ਚੜ੍ਹਦੀਆਂ ਨੇ, ਇੱਕ ਲੱਕੜ ਦੀ ਪੌੜੀ ਬਾਹਰ ਵੀ ਪਈ ਹੈ, ਉਹ ਸ਼ਾਇਦ ਪਰਿਵਾਰ ਜਿਨ੍ਹਾਂ ਦਾ ਇਹ ਘਰ ਹੈ ਉਹਨਾਂ ਨੇ ਰੱਖੀ ਹੋਵੇ। ਤੇ ਉਹ ਦੂਜੇ ਪਾਸੇ ਅੰਦਰੋਂ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਪੌੜੀ ਹੈ, ਉਸ ਪੌੜੀ ਦੇ ਜ਼ਰੀਏ ਹੀ ਰੂਪਾ ਤੇ ਮਨੂ ਗੁੱਸਾ ਉੱਪਰ ਚੜੇ ਹੋਏ ਸਨ ਤੇ ਉਹਨਾਂ ਦੇ ਵੱਲੋਂ ਉੱਥੋਂ ਫਾਇਰਿੰਗ ਕੀਤੀ ਜਾ ਰਹੀ ਸੀ। ਉਸ ਚਬੂਤਰੇ ਨੂੰ ਆਪਣੀ ਢਾਲ ਬਣਾਇਆ ਹੋਇਆ ਸੀ ਇਹਨਾਂ ਗੈਂਗਸਟਰਾਂ ਨੇ। ਆਮ ਤੌਰ ਤੇ ਫਿਲਮਾਂ ਦੇ ਵਿੱਚ ਆਪਾਂ ਬਹੁਤ ਵਾਰ ਦੇਖਿਆ ਕਿ ਦੋ ਗੋਲੀਆਂ ਚਲਾ ਕੇ ਫਿਰ ਅੰਦਰ ਲੁਕ ਗਏ ਜਾਂ ਫਿਰ ਲਗਾਤਾਰ ਉਸ ਨੂੰ ਢਾਲ ਬਣਾ ਕੇ ਜਿਹੜੀ ਫਾਇਰਿੰਗ ਉਹ ਕਰਦੇ ਰਹੇ। ਔਰ ਇਹੀ ਤਸਵੀਰ ਦੱਸ ਰਹੀ ਹੈ ਕਿ ਉਸ ਚਬੂਤਰੇ ਨੂੰ ਇੱਕ ਤਰੀਕੇ ਨਾਲ ਢਾਲ ਬਣਾ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਗੋਲੀਆਂ ਲਗਾਤਾਰ ਵਰਾਉਂਦੇ ਰਹੇ। ਨਿਊਜ਼ 18 ਦੇ ਉੱਤੇ ਗ੍ਰੈਂਡ ਕਵਰੇਜ ਲਗਾਤਾਰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਗਰਾਊਂਡ ਜ਼ੀਰੋ ਤੇ ਇਸ ਸਮੇਂ ਨਿਊਜ਼ 18 ਦੀ ਟੀਮ ਹੈ ਔਰ ਜਿਹੜੇ ਬਾਹਰ ਦਰਖਤ ਲੱਗੇ ਹੋਏ ਨੇ, ਕਿਉਂਕਿ ਅੰਦਰ ਤਾਂ ਫਿਲਹਾਲ ਜਾਣ ਦੀ ਪਰਮਿਸ਼ਨ ਨਹੀਂ ਹੈ, ਪਰ ਜਿਹੜੇ ਗੈਂਗਸਟਰ ਅੰਦਰੋਂ ਗੋਲੀਆਂ ਚਲਾ ਰਹੇ ਸੀ ਉਹ ਬਾਹਰ ਪੁਲਿਸ ਵਾਲਿਆਂ ਦੇ ਉੱਤੇ
ਉਹ ਜਿਹੜੇ ਬਾਹਰ ਦਰਖਤ ਨੇ ਜਾਂ ਫਿਰ ਇੱਕ ਕੰਬਾਈਨ ਖੜੀ ਸੀ ਉਸ ਦੇ ਉੱਤੇ ਵੀ ਗੋਲੀਆਂ ਜੋ ਪਹਿਲਾਂ ਵੀ ਤੁਹਾਨੂੰ ਦਿਖਾ ਰਹੇ ਸੀ ਤੇ ਦਰਖਤਾਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਸਭ ਕੁਝ ਬਿਆਨ ਕਰ ਰਹੇ ਨੇ ਕਿ ਕਿੰਨੀ ਅੰਨ੍ਹੇਵਾਹ ਫਾਇਰਿੰਗ ਉੱਥੇ ਕੀਤੀ ਗਈ ਹੈ, ਕਿੰਨੀ ਤਾਬੜਤੋੜ ਫਾਇਰਿੰਗ ਉੱਥੇ ਕੀਤੀ ਗਈ ਹੈ। ਔਰ ਕਿਉਂਕਿ AK-47 ਸੀ ਉਸਦੀ ਰੇਂਜ ਬਹੁਤ ਦੂਰ ਤੱਕ ਹੁੰਦੀ ਹੈ ਔਰ ਇੱਥੋਂ ਕਾਫੀ ਦੂਰ ਤੱਕ ਜਿਹੜੇ ਦੂਰ ਖੜੇ ਸੀ ਮੀਡੀਆ ਮੁਲਾਜ਼ਮ ਉਹਨਾਂ ਦੇ ਵਿੱਚੋਂ ਵੀ ਇੱਕ ਦੇ ਜਾ ਕੇ ਗੋਲੀ ਲੱਗੀ ਸੀ। ਤਾਂ ਲਗਾਤਾਰ ਫਾਇਰਿੰਗ ਹੋਈ ਹੈ ਉਸ ਦਿਨ ਬੁੱਧਵਾਰ ਦੇ ਦਿਨ ਔਰ ਇਸ ਪੂਰੇ ਆਪਰੇਸ਼ਨ ਨੂੰ ਕੰਪਲੀਟ ਕਰਨ ਤੋਂ ਬਾਅਦ ਕਰੀਬ 48 ਘੰਟਿਆਂ ਬਾਅਦ ਪੁਲਿਸ ਪਾਰਟੀ ਨੇ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਹੈ। ਸਿਰਫ ਘਰ ਦੇ ਨੇੜੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਘਰ ਦੇ ਅੰਦਰ ਵੜਨ ਦੀ ਇਜਾਜ਼ਤ ਹਜੇ ਵੀ ਨਹੀਂ ਹੈ। ਸ਼ਾਇਦ ਪੁਲਿਸ ਨਾ ਹੀ ਦੇਵੇ ਕਿਉਂਕਿ ਅੰਦਰ ਬਹੁਤ ਸਾਰੇ ਸਬੂਤ ਹੁੰਦੇ ਨੇ। ਲਗਾਤਾਰ ਉੱਥੇ ਟੀਮਾਂ ਪਹੁੰਚਣਗੀਆਂ ਆਉਣ ਵਾਲੇ ਕੁਝ ਦਿਨਾਂ 'ਚ ਮਹੀਨਿਆਂ ਦੇ ਵਿੱਚ ਜਿਵੇਂ ਜਿਵੇਂ ਇਸ ਪੂਰੇ ਮਾਮਲੇ ਦੀ ਜਾਂਚ ਹੋਏਗੀ। ਇਨਕਾਊਂਟਰ ਜਿਹੜੇ ਹੁੰਦੇ ਨੇ ਉਹਨਾਂ ਦੀ ਜਾਂਚ ਵੀ ਵੱਖਰੇ ਤੌਰ ਦੇ ਉੱਤੇ ਕੀਤੀ ਜਾਂਦੀ ਹੈ ਔਰ ਇਸ ਕਰਕੇ ਜਿਹੜੀਆਂ ਟੀਮਾਂ ਨੇ ਉਹ ਲਗਾਤਾਰ ਉੱਥੇ ਪਹੁੰਚਣਗੀਆਂ ਔਰ ਉੱਥੇ ਜਾਂਚ ਕਰਨਗੀਆਂ ਕਿ ਕੀ ਉਸ ਸਮੇਂ ਮਾਹੌਲ ਸੀ, ਕਿੰਨੀਆਂ ਕੁ ਗੋਲੀਆਂ ਦੂਸਰੇ ਪਾਸੇ ਤੋਂ ਚੱਲੀਆਂ, ਕਿੰਨੀਆਂ ਗੋਲੀਆਂ ਇਹਨਾਂ ਨੇ ਚਲਾਈਆਂ ਗੈਂਗਸਟਰਾਂ ਨੇ। ਤਾਂ ਉਹ ਹਰ ਇੱਕ ਜਾਂਚ ਕੀਤੀ ਜਾਂਦੀ ਹੈ, ਹਰ ਇੱਕ ਪੁਆਇੰਟ ਦੀ ਘੋਖ ਕੀਤੀ ਜਾਂਦੀ ਹੈ। ਇਸ ਕਰਕੇ ਸ਼ਾਇਦ ਪੁਲਿਸ ਅੰਦਰ ਜਾਣ ਦੀ ਇਜਾਜ਼ਤ ਵੀ ਨਾ ਦੇਵੇ। ਇੱਕ ਤਸਵੀਰ ਸਾਹਮਣੇ ਆ ਰਹੀ ਹੈ, ਮੈਂ ਉਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਸਾਡੀ ਸਕਰੀਨ ਦੇ ਉੱਤੇ। ਤਾਂ ਉਹ ਸਕਰੀਨ ਦੇ ਉੱਤੇ ਮੈਂ ਇੱਕ ਵਾਰ ਜ਼ਰੂਰ ਦਿਖਾਵਾਂਗਾ, ਬਿਲਕੁਲ ਜ਼ੂਮ ਕਰਕੇ ਜਿਹੜੇ ਸਾਡੇ ਸਹਿਯੋਗੀ ਇਸ ਸਮੇਂ ਤਸਵੀਰ ਦਿਖਾ ਰਹੇ ਨੇ। ਇਹ ਉਹ ਚਬੂਤਰਾ ਹੈ ਜਿੱਥੇ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦੋਵੇਂ ਲੁਕੇ ਹੋਏ ਸਨ ਤੇ ਇੱਥੇ ਗੋਲੀਆਂ ਦੇ ਨਿਸ਼ਾਨ ਨੇ। ਜੇ ਗਿਣਨ ਦੀ ਵੀ ਕੋਸ਼ਿਸ਼ ਕਰੀਏ ਤਾਂ ਅਣਗਿਣਤ ਨੇ, ਬਹੁਤ ਸਾਰੀ ਗੋਲੀਆਂ ਦੇ ਨਿਸ਼ਾਨ ਨੇ। ਹਰ ਇੱਕ ਇੱਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਗੋਲੀ ਦਾ ਨਿਸ਼ਾਨ ਨਜ਼ਰ ਆ ਰਿਹਾ ਹੈ। ਜਿਹੜੀ ਇਹ ਦੀਵਾਰ ਵੀ ਟੁੱਟੀ ਹੋਈ ਹੈ, ਦੱਸਿਆ ਜਾ ਰਿਹਾ ਕਿ ਇਹ ਵੀ ਇੱਕ ਗ੍ਰੇਨੇਡ ਸੁੱਟਿਆ ਗਿਆ, ਉਸ ਦੀ ਵਜ੍ਹਾ ਦੇ ਨਾਲ ਹੀ ਦੀਵਾਰ ਟੁੱਟੀ ਹੈ। ਤਾਂ ਇਸ ਦੀਵਾਰ ਨੂੰ ਤੋੜ ਕੇ ਔਰ ਇਸ ਦੀਵਾਰ ਦੇ ਪਰਲੇ ਪਾਸੇ ਜਿਹੜੇ ਇਹ ਗੋਲੀਆਂ ਦੇ ਨਿਸ਼ਾਨ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਇਸ ਦੇ ਬਿਲਕੁਲ ਨੀਚੇ ਇਸ ਵਾਲੇ ਪਾਸੇ ਹੀ ਬੈਠ ਗਿਆ ਸੀ ਜਿਹੜਾ ਰੂਪਾ ਸੀ। ਬਿਲਕੁਲ ਇੱਥੇ ਇਹ ਦਰਵਾਜ਼ਾ ਜਿਹੜੀ ਤਸਵੀਰ ਨਜ਼ਰ ਆਈ ਸੀ ਜਗਰੂਪ ਰੂਪਾ ਦੀ ਡੈੱਡ ਬੋਡੀ ਇਸ ਬਿਲਕੁਲ ਚਬੂਤਰੇ ਦੇ ਅੰਦਰ ਵਾਲੇ ਪਾਸੇ ਇੱਥੇ ਹੀ ਪਈ ਸੀ। ਪਿੱਛੇ ਗੋਲੀਆਂ ਦੇ ਨਿਸ਼ਾਨ ਨੇ। ਪੁਲਿਸ ਨੇ ਤਾਬੜਤੋੜ ਫਾਇਰਿੰਗ ਕੀਤੀ ਤੇ ਕੁਝ ਗੋਲੀਆਂ ਰੂਪੇ ਤੇ ਲੱਗੀਆਂ। ਉਸ ਤੋਂ ਬਾਅਦ ਰੂਪਾ ਉੱਥੇ ਜਾ ਕੇ ਬੈਠ ਗਿਆ ਸੀ। ਤਾਂ ਇਹ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤਾਂ ਉੱਥੋਂ ਪੁਲਿਸ ਦੇ ਕੀ ਕੁਝ ਬਿਆਨ ਨੇ ਉਹ ਵੀ ਥੋੜੀ ਦੇਰ ਦੇ ਵਿੱਚ ਸੁਣਵਾਵਾਂਗੇ। ਪਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਸ ਚਬੂਤਰੇ ਦੇ ਵਿੱਚ ਹੀ, ਕਿਉਂਕਿ ਇਹ ਪੌੜੀਆਂ ਹੁੰਦੀਆਂ ਨੇ ਅੰਦਰੋਂ, ਇਹ ਪੌੜੀਆਂ ਅੰਦਰੋਂ ਆਉਂਦੀਆਂ ਨੇ ਘਰ ਦੇ ਤੇ ਉੱਪਰ ਆ ਕੇ ਦਰਵਾਜ਼ਾ ਵੀ ਨਹੀਂ ਹੈ। ਇਸ ਨੂੰ ਦਰਵਾਜ਼ਾ ਇਸ ਕਲੀ ਚੁਗਾਠ ਨਜ਼ਰ ਆ ਰਹੀ ਹੈ ਔਰ ਇਹ ਜਿਹੜੀ ਪੂਰੀ ਪਿਕਚਰ ਹੈ ਜਾਂ ਪੂਰੇ ਘਰ ਨੂੰ ਧਿਆਨ ਦੇ ਨਾਲ ਦੇਖਿਆ ਜਾਵੇ, ਇਹ ਜਿਹੜੇ ਬਨੇਰੇ ਹੈ ਇਹ ਵੀ ਟੁੱਟੇ ਹੋਏ ਨੇ। ਧਿਆਨ ਨਾਲ ਦੇਖਣ ਦੀ ਲੋੜ ਹੈ। ਇਹ ਪਿਛਲੇ ਪਾਸੇ ਵੀ ਜਾ ਕੇ ਗੋਲੀਆਂ ਵੱਜੀਆਂ ਹੋਈਆਂ ਨੇ, ਇਹ ਬਨੇਰੇ ਟੁੱਟੇ ਹੋਏ ਨੇ। ਇਸ ਦੇ ਉੱਤੇ ਤਾਂ ਪੂਰੀ ਗੋਲੀਆਂ ਦੇ ਨਾਲ ਬਿੰਨੀ ਪਈ ਹੈ ਪੂਰੀ ਕੰਧ ਨਜ਼ਰ ਆ ਰਹੀ ਹੈ ਕਿ ਹਰ ਪਾਸੇ ਗੋਲੀਆਂ ਦੇ ਨਿਸ਼ਾਨ ਨੇ। ਇਨਫੈਕਟ ਅੰਦਰ ਜੇ ਵੀ ਅਸੀਂ ਧਿਆਨ ਦਈਏ ਤਾਂ ਚਬੂਤਰੇ ਦੇ ਅੰਦਰ ਕਿਉਂਕਿ ਸਨਾਈਪਰਸ ਵੀ ਬੈਠੇ ਹੋਣਗੇ ਪੁਲਿਸ ਦੇ, ਉਹਨਾਂ ਦੇ ਵੱਲੋਂ ਵੀ ਆਪਣੇ ਪੱਧਰ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੋਏਗੀ ਤਾਂ ਉਹਨਾਂ ਦੇ ਵੱਲੋਂ ਵੀ ਗੋਲੀਆਂ ਮਾਰੀਆਂ ਗਈਆਂ। ਤਾਂ ਅੰਦਰ ਵੀ ਬਹੁਤ ਸਾਰੇ ਗੋਲੀਆਂ ਦੇ ਨਿਸ਼ਾਨ ਨੇ, ਬਾਹਰ ਵੀ ਗੋਲੀਆਂ ਦੇ ਨਿਸ਼ਾਨ ਨੇ। ਇਹ ਜਿਹੜਾ ਬਿਲਕੁਲ ਇੱਕ ਬਨੇਰਾ ਨਜ਼ਰ ਆ ਰਿਹਾ ਹੈ ਉਸ ਦੇ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਨੇ ਤੇ ਉਹ ਕਾਫੀ ਟੁੱਟਿਆ ਵੀ ਹੋਇਆ। ਹਾਲਾਂਕਿ ਇਹ ਹੋ ਸਕਦਾ ਕਿ ਪਹਿਲਾਂ ਦਾ ਟੁੱਟਿਆ ਹੋਵੇ ਪਰ ਇਹ ਤਸਵੀਰਾਂ ਦੱਸਣ ਦੇ ਲਈ ਕਾਫੀ ਨੇ ਕਿ ਕਿੰਨੀ ਜ਼ਬਰਦਸਤ ਉੱਥੇ ਫਾਇਰਿੰਗ ਹੋਈ ਹੈ। ਬਾਹਰ ਵਾਲੇ ਪਾਸੇ ਦੇਖੋ ਤੁਸੀਂ, ਇਹ ਛੱਤ ਦੇ ਉੱਪਰ ਦੀਵਾਰ ਹੈ, ਇੱਥੇ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਜਿਹੜੀਆਂ ਇਹ ਗੋਲੀਆਂ ਦੇ ਨਿਸ਼ਾਨ ਨੇ। ਤਾਂ ਉਸ ਥਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਐਨਕਾਊਂਟਰ ਕੀਤਾ ਗਿਆ, ਜਿੱਥੇ ਐਨਕਾਊਂਟਰ ਦੀ ਘਟਨਾ ਵਾਪਰੀ। ਇਹ ਬਨੇਰੇ ਦੇ ਉੱਤੇ ਦੇਖੋ, ਇੱਥੇ ਤਾਂ ਗੋਲੀ ਵੱਜੀ ਹੋਈ ਨਜ਼ਰ ਆ ਰਹੀ ਹੈ ਜਿਹੜੀ ਸਕਰੀਨ ਦੇ ਉੱਤੇ ਇਸ ਸਮੇਂ ਤੁਸੀਂ ਦੇਖ ਰਹੇ ਹੋ। ਇੱਥੇ ਤਾਂ ਸਾਫ਼ ਗੋਲੀਆਂ ਵੱਜੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਯਾਨੀ ਕਿ ਪੂਰੇ ਇਲਾਕੇ ਦੇ ਵਿੱਚ ਪੂਰੇ ਤੁਸੀਂ ਦੀਵਾਰ ਦੇ ਉੱਤੇ ਦੇਖ ਸਕਦੇ ਹੋ ਕਿ ਜ਼ਬਰਦਸਤ ਫਾਇਰਿੰਗ ਦੋਵੇਂ ਵਾਲੇ ਪਾਸੇ ਤੋਂ ਕੀਤੀ ਗਈ ਹੈ। ਔਰ ਕਿਉਂਕਿ ਆਧੁਨਿਕ ਹਥਿਆਰ ਤਾਂ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਸੀ ਉਹਨਾਂ ਦੇ ਕੋਲ ਵੀ ਲਾਜ਼ਮੀ ਤੌਰ ਤੇ ਸੀਗੇ ਤਾਂ ਉਹਨਾਂ ਨੇ ਵੀ ਜ਼ਬਰਦਸਤ ਉੱਤੇ ਫਾਇਰਿੰਗ ਕੀਤੀ ਤੇ ਉਹ ਦੋਵੇਂ ਗੈਂਗਸਟਰਾਂ ਨੂੰ ਮਾਰ ਮੁਕਾਇਆ। ਇਹ ਚਬੂਤਰਾ ਹੀ, ਇਹ ਦੋਵੇਂ ਜਿਹੜੇ ਗੈਂਗਸਟਰ ਸੀ ਇਸ ਮੌਮਟੀ ਕਹਿ ਲਓ, ਚਬੂਤਰਾ ਕਹਿ ਲਓ ਜਾਂ ਚੁਬਾਰਾ ਕਹਿ ਲਓ, ਇਸ ਦੇ ਵਿੱਚ ਹੀ ਲੁਕੇ ਹੋਏ ਸਨ। ਤੇ ਮੈਂ ਇੱਕ ਵਾਰੀ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਇਹ ਚੁਗਾਠ, ਇਹ ਦਰਵਾਜ਼ਾ ਜਿਹੜਾ ਛੱਤ ਦੇ ਉੱਪਰ ਆਉਂਦਾ ਹੈ, ਇੱਥੋਂ ਬਾਹਰ ਆ ਕੇ ਛੱਤ ਦੇ ਉੱਤੇ ਹੀ ਜਿਹੜੀ ਮਨਪ੍ਰੀਤ ਮੰਨੂ ਕੁੱਸਾ ਦੀ ਲਾਸ਼ ਸੀ ਤੇ ਇਸ ਚਬੂਤਰੇ ਦੇ ਅੰਦਰ ਇਹ ਜਿਹੜਾ ਚੁਗਾਠ ਤੁਹਾਨੂੰ ਨਜ਼ਰ ਆ ਰਹੀ ਹੈ, ਦਰਵਾਜ਼ਾ ਨਜ਼ਰ ਆ ਰਿਹਾ ਹੈ, ਇਸ ਦਰਵਾਜ਼ੇ ਤੇ ਬਿਲਕੁਲ ਇਸ ਵਾਲੇ ਪਾਸੇ ਜਿਵੇਂ ਆਹ ਦਰਵਾਜ਼ਾ ਹੈ ਤਾਂ ਇਸ ਵਾਲੇ ਪਾਸੇ ਜਗਰੂਪ ਰੂਪੇ ਦੀ ਲਾਸ਼ ਪਈ ਹੋਈ ਸੀ। ਜਦੋਂ ਉਹ ਗੋਲੀ ਵੱਜੀ ਹੋਣੀ ਹੈ ਉੱਥੇ ਹੀ ਬੈਠ ਗਿਆ ਤੇ ਫਿਰ ਉੱਥੇ ਹੀ ਉਸਦੀ ਜਾਨ ਨਿਕਲ ਗਈ, ਉੱਥੇ ਉਸਦੀ ਮੌਤ ਹੋ ਗਈ। ਤਾਂ ਉੱਥੇ ਦੀਆਂ ਇਹ ਤਸਵੀਰਾਂ ਨੇ। ਤਾਂ ਆਹ ਜਿਹੜੀ ਦੀਵਾਰ ਟੁੱਟੀ ਹੋਈ ਹੈ, ਕਿਹਾ ਜਾ ਰਿਹਾ ਕਿ ਇਹ ਵੀ ਦੀਵਾਰ ਜਿਹੜੀ ਐਕਸ਼ਨ ਹੋ ਰਿਹਾ ਸੀ ਉਸ ਦੌਰਾਨ ਟੁੱਟੀ ਹੈ ਕਿਉਂਕਿ ਇਸ ਦੀ ਆੜ ਦੇ ਵਿੱਚ ਲਗਾਤਾਰ ਫਾਇਰਿੰਗ ਹੋ ਰਹੀ ਸੀ। ਔਰ ਇਹ ਵੀ ਕਾਬਿਲੇ ਗੌਰ ਹੈ ਕਿ ਇਹ ਜਿਹੜਾ ਛੱਤ ਦੇ ਉੱਤੇ ਜਾ ਕੇ ਦਰਵਾਜ਼ਾ ਨਿਕਲਦਾ ਹੈ, ਇਹ ਦਰਵਾਜ਼ਾ ਔਰ ਇਹ ਜਿਹੜਾ ਬਿਲਕੁਲ ਤੁਹਾਨੂੰ ਬਨੇਰਾ ਨਜ਼ਰ ਆ ਰਿਹਾ ਘਰ ਦਾ ਬਿਲਕੁਲ ਫਰੰਟ ਹੈ। ਇਹ ਫਰੰਟ ਤੇ ਜਿਹੜਾ ਪਹਿਲਾਂ ਗੇਟ ਨਜ਼ਰ ਆਇਆ ਸੀ, ਇੱਕ ਵਾਰ ਫਿਰ ਤੁਹਾਨੂੰ ਨਜ਼ਰ ਆਏਗਾ। ਇਹ ਜਿਹੜਾ ਘਰ ਦਾ ਵਿਹੜਾ ਹੈ ਉਸ ਵਾਲੇ ਪਾਸੇ ਦੀਆਂ ਤਸਵੀਰਾਂ ਨੇ
यानी कि ਜਿਹੜਾ ਗੇਟ ਸੀ, ਗੇਟ ਦੇ ਬਿਲਕੁਲ ਸਾਹਮਣੇ ਪੁਲਿਸ ਵਾਲੇ ਹੋਣੇ ਆ ਤੇ ਦੂਜੇ ਪਾਸੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਸੀ। ਤਾਂ ਜਦੋਂ ਪਹਿਲਾਂ ਵੀ ਨਜ਼ਰ ਆਇਆ ਕਿ ਪੁਲਿਸ ਭੱਜ ਕੇ ਉਸ ਗੇਟ ਵਾਲੇ ਪਾਸੇ ਜਾ ਰਹੀ ਸੀ ਤਾਂ ਪੁਲਿਸ ਵੀ ਕਵਰ ਫਾਇਰ ਲੈ ਕੇ ਤੇ ਦੂਜੇ ਪਾਸੇ ਓਟ ਲੈ ਕੇ ਕਿਤੇ ਨਾ ਕਿਤੇ ਖੁਦ ਨੂੰ ਸੁਰੱਖਿਅਤ ਕਰਕੇ ਪੁਲਿਸ ਦੇ ਜਵਾਨ ਤਾਂ ਫਿਰ ਗੋਲੀਆਂ ਵਰਾ ਰਹੇ ਸੀ। ਤਾਂ ਇਹ ਪੇੜਾਂ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਤੁਹਾਨੂੰ, ਜਿਹੜੇ ਉੱਥੇ ਦਰਖਤ ਲੱਗੇ ਹੋਏ ਨੇ ਤਾਂ ਇੱਥੇ ਵੀ ਬਹੁਤ ਸਾਰੇ ਗੋਲੀਆਂ ਦੇ ਨਿਸ਼ਾਨ ਨੇ। ਇਹ ਤੁਸੀਂ ਜਿਹੜਾ ਬਿਲਕੁਲ ਛਿਲਿਆ ਹੋਇਆ ਇੱਕ ਤਰੀਕੇ ਨਾਲ ਦਰਖਤ ਨਜ਼ਰ ਆ ਰਿਹਾ ਹੈ, ਇੱਥੇ ਵੀ ਘੱਟੋ ਘੱਟ 6 ਤੋਂ 7 ਨਿਸ਼ਾਨ ਤਾਂ ਇੱਥੇ ਨਜ਼ਰ ਆ ਰਹੇ ਨੇ। ਔਰ ਲਿਖਿਆ ਗਿਆ ਜਿਸ ਤਰੀਕੇ ਨਾਲ ਉੱਥੇ ਜਿਹੜੀਆਂ ਟੀਮਾਂ ਜਾਂਚ ਕਰ ਰਹੀਆਂ ਨੇ ਉਹਨਾਂ ਦੇ ਵੱਲੋਂ ਬਕਾਇਦਾ ਕੱਲੇ ਨਿਸ਼ਾਨ ਨੂੰ ਸਰਕਲ ਕਰਕੇ ਉੱਥੇ ਲਿਖਿਆ ਗਿਆ ਕਿ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ। ਜਿਵੇਂ ਇਹ ਸਰਕਲ ਹੋਇਆ ਇਸ ਦੇ ਨਾਲ 15 ਨੰਬਰ ਲਿਖਿਆ ਗਿਆ, ਯਾਨੀ ਇਹ 15ਵਾਂ ਸਰਕਲ ਹੈ, ਇਹ ਉੱਪਰ ਸਰਕਲ ਹੈ ਤੇ ਬਹੁਤ ਉੱਪਰ ਜਾ ਕੇ ਵੀ ਯਾਨੀ ਕਿ ਹਾਈਟ ਦੇ ਉੱਤੇ ਵੀ ਗੋਲੀਆਂ ਮਾਰੀਆਂ ਗਈਆਂ ਨੇ। ਬੇਸਿਕਲੀ ਗੱਲ ਇਹ ਹੋ ਸਕਦਾ ਹੈ ਕਿ ਬਿਲਕੁਲ ਉੱਪਰ ਪੁਲਿਸ ਦਾ ਕੋਈ ਜਵਾਨ ਬੈਠਾ ਹੋਵੇ, ਪੇੜ ਦੇ ਉੱਤੇ ਚੜ ਕੇ ਕੋਈ ਸਨਾਈਪਰ ਬਿਠਾਉਣ ਦੀ ਕੋਸ਼ਿਸ਼ ਕੀਤੀ ਹੋਈ ਹੋਵੇ ਤਾਂ ਉਸ ਸਮੇਂ ਉਹਨਾਂ ਨੇ ਉਧਰ ਵੀ ਗੋਲੀਆਂ ਚਲਾ ਦਿੱਤੀਆਂ। ਤਾਂ ਇਹ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਰਾਊਂਡ ਜ਼ੀਰੋ ਦੇ ਉੱਤੇ। ਇਸ ਸਮੇਂ ਨਿਊਜ਼ 18 ਦੀ ਟੀਮ ਹੈ ਔਰ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਤੱਕ ਤਸਵੀਰਾਂ ਪਹੁੰਚਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਉੱਥੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਜਿਹੜੇ ਗੈਂਗਸਟਰ ਉੱਥੇ ਵੜੇ ਹੋਏ ਸੀ ਔਰ ਗੈਂਗਸਟਰ ਜਿਹੜੇ ਉੱਥੇ ਜਾ ਕੇ ਲੁਕ ਗਏ ਸੀ ਕਿ ਕਿਵੇਂ ਉਹਨਾਂ ਨੇ ਇਸ ਘਰ ਦੀਆਂ ਕੰਧਾਂ ਦਾ ਸਹਾਰਾ ਲੈ ਕੇ ਪੁਲਿਸ ਦੇ ਉੱਤੇ ਫਾਇਰ ਕੀਤੇ ਤੇ 3 ਪੁਲਿਸ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਜ਼ਖਮੀ ਵੀ ਕਰ ਦਿੱਤਾ। ਔਰ ਪੁਲਿਸ ਦੇ ਲਈ ਇਸ ਕਰਕੇ ਵੀ ਚੁਣੌਤੀ ਸੀ ਕਿਉਂਕਿ ਇਸ ਘਰ ਦੇ ਨਾਲ ਜਿਹੜੀਆਂ ਦੀਵਾਰਾਂ ਦੇ ਨਾਲ ਜਿਹੜੀ ਫਸਲ ਉੱਗੀ ਹੋਈ ਹੈ, ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਮੱਕੀ ਦੀ ਫਸਲ ਦੱਸੀ ਜਾ ਰਹੀ ਹੈ, ਬਹੁਤ ਉੱਚੀ ਜਿਹੜੀ ਨਜ਼ਰ ਆ ਰਹੀ ਹੈ। ਯਾਨੀ ਕਿ ਇਸ ਦੇ ਵਿੱਚੋਂ ਕੋਈ ਭੱਜੇ ਤਾਂ ਕੋਈ ਬਹੁਤ ਜ਼ਿਆਦਾ ਮੁਸ਼ਕਿਲ ਕੰਮ ਨਹੀਂ ਹੁੰਦਾ ਹੈਗਾ। ਇਸ ਕਰਕੇ ਵੀ ਇਹ ਬਹੁਤ ਇੱਕ ਵੱਡੀ ਚੁਣੌਤੀ ਸੀ। ਤਾਂ ਇਹ ਵੀ ਇੱਕ ਤੁਹਾਨੂੰ ਤਸਵੀਰ ਨਜ਼ਰ ਆ ਰਹੀ ਹੈ, ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਇੱਥੇ ਇਸ ਦੀਵਾਰ ਨੂੰ ਥੋੜਾ ਜਿਹਾ ਤੋੜਿਆ ਔਰ ਇਸ ਦੇ ਵਿੱਚੋਂ ਵੀ ਜਿਹੜਾ ਨਿਸ਼ਾਨਾ ਲੈਣ ਦੀ ਕੋਸ਼ਿਸ਼ ਕੀਤੀ ਗਈ, ਇਸ ਵਾਲੇ ਪਾਸੇ ਤੋਂ ਵੀ ਪੁਲਿਸ ਨੇ ਐਕਸ਼ਨ ਕੀਤਾ। ਤਾਂ ਉਸ ਦੀਆਂ ਵੀ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਅੰਦਰ ਪੁਲਿਸ ਨੇ ਕਿਵੇਂ ਪੂਰਾ ਐਕਸ਼ਨ, ਕਿਉਂਕਿ ਬਾਹਰ ਤੋਂ ਇਹ ਪੂਰੀ ਦੀਵਾਰ ਥੋੜੀ ਟੁੱਟੀ ਹੋਈ ਨਜ਼ਰ ਆ ਰਹੀ ਹੈ, ਅੰਦਰੋਂ ਲਗਾਤਾਰ ਗੋਲੀਆਂ ਦੀ ਜਿਹੜੀ ਬੁਛਾਰ ਹੋ ਰਹੀ ਸੀ, ਮੀਂਹ ਵਰ ਰਿਹਾ ਸੀ। ਤੇ ਇਸ ਵਿਚਾਲੇ ਇਹ ਬਿਲਕੁਲ ਮੇਨ ਗੇਟ ਹੈ ਇਸ ਘਰ ਦਾ, ਇਹ ਬਿਲਕੁਲ ਮੇਨ ਗੇਟ ਹੈ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਦੋਵੇਂ ਪਾਸੇ ਜਿਹੜੀ ਮੱਕੀ ਦੀ ਫਸਲ ਹੈ ਤਾਂ ਇਹ ਦੀਵਾਰ ਦੇ ਬੈਕ ਸਾਈਡ ਤੁਸੀਂ ਪਿੱਛੇ ਜਾ ਕੇ ਦੇਖੋਗੇ ਜਿਹੜੀ ਇਹ ਚਰੀ ਲੱਗ ਰਹੀ ਹੈ ਜਾਂ ਫਿਰ ਮੱਕੀ ਦੀ ਫਸਲ ਹੈ, ਬਹੁਤ ਉੱਚੀ ਹੁੰਦੀ ਹੈ, 5-5 6-6 ਫੁੱਟ, ਯਾਨੀ ਕਿ ਉਸ ਦੇ ਵਿੱਚੋਂ ਕੋਈ ਬੰਦਾ ਨਿਕਲਣਾ ਚਾਹੇ ਤਾਂ ਨਿਕਲ ਸਕਦਾ ਹੈ। ਤਾਂ ਕੁਝ ਇਸ ਤਰੀਕੇ ਦੀ ਇਸ ਵਾਲੇ ਪਾਸੇ ਹੈ ਤੇ ਘਰ ਦੇ ਸੱਜੇ ਵਾਲੇ ਪਾਸੇ ਵੀ, ਘਰ ਦੇ ਖੱਬੇ ਵਾਲੇ ਪਾਸੇ ਵੀ, ਦੋਵੇਂ ਪਾਸੇ ਇਸ ਤਰੀਕੇ ਨਾਲ ਉੱਚੀ ਫਸਲ ਸੀ। ਯਾਨੀ ਕਿ ਪੁਲਿਸ ਦੇ ਸਾਹਮਣੇ ਇਹ ਵੀ ਚੁਣੌਤੀ ਸੀ ਕਿ ਜੇ ਅਸੀਂ ਹਲਕਾ ਜਿਹਾ ਵੀ ਢਿੱਲੇ ਪਏ ਤਾਂ ਇਹ ਦੋਵੇਂ ਇਸ ਫਸਲ ਦਾ ਸਹਾਰਾ ਲੈ ਕੇ ਇੱਥੋਂ ਭੱਜ ਵੀ ਸਕਦੇ ਨੇ। ਇਸ ਕਰਕੇ ਕਰੀਬ 2 ਕਿਲੋਮੀਟਰ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਕਿ ਕੋਈ ਵੀ ਕਿਤੋਂ ਭੱਜਣ ਦੀ ਕੋਸ਼ਿਸ਼ ਕਰੇ ਤਾਂ ਫਿਰ ਉੱਥੇ ਪੁਲਿਸ ਦੇ ਜਵਾਨ ਜ਼ਰੂਰ ਤਾਇਨਾਤ ਹੋਣੇ ਚਾਹੀਦੇ ਨੇ। ਇਹ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਕੁਝ ਖੇਤੀਬਾੜੀ ਦੇ ਵਿੱਚ ਇਸਤੇਮਾਲ ਹੁੰਦੇ ਇੱਥੇ ਇਕਵਿਪਮੈਂਟਸ ਵੀ ਪਏ ਹੋਏ ਨੇ, ਇੱਕ ਮੰਜਾ ਪਿਆ ਤੇ ਘਰ ਦੇ ਵਿੱਚ ਇੱਕ ਪੌੜੀ ਪਈ ਹੋਈ ਹੈ। ਦਰਅਸਲ ਇਹ ਦੱਸਣ ਦੀ ਮੈਂ ਕੋਸ਼ਿਸ਼ ਇਸ ਕਰਕੇ ਵੀ ਕਰ ਰਿਹਾ ਕਿਉਂਕਿ ਇਹ ਤਸਵੀਰ ਇੱਕ ਬਿਆਨ ਕਰਦੀ ਹੈ ਕਿ ਇਸ ਘਰ ਦੇ ਵਿੱਚ ਕੋਈ ਪਰਿਵਾਰ ਤਾਂ ਨਹੀਂ ਰਹਿ ਰਿਹਾ ਸੀ, ਕੋਈ ਜ਼ਿਆਦਾ ਦਿਨਾਂ ਤੋਂ ਕੋਈ ਨਹੀਂ ਰਹਿ ਰਿਹਾ ਸੀ, ਪਰ ਉੱਪਰ ਜਿਹੜਾ ਚਬੂਤਰਾ ਹੈ ਇਸ ਦੇ ਵਿੱਚ ਹੀ ਆ ਕੇ ਉਹ ਦੋਵੇਂ ਗੈਂਗਸਟਰ ਲੁਕੇ ਹੋਏ ਸਨ ਤੇ ਸਾਹਮਣੇ ਤੋਂ ਗੋਲੀਆਂ ਚਲਾ ਰਹੇ ਸੀ। ਇਸ ਵਾਲੇ ਪਾਸੇ ਪੁਲਿਸ ਵਾਲੇ ਸੀ, ਸਾਹਮਣੇ ਗੈਂਗਸਟਰ ਸੀ, ਉਹਨਾਂ ਦੇ ਨਾਲ ਲਗਾਤਾਰ ਮੁਕਾਬਲਾ ਹੋ ਰਿਹਾ ਸੀ। ਤਾਂ ਛੱਤ ਤੋਂ ਗੋਲੀਆਂ ਚੱਲ ਰਹੀਆਂ ਸੀ, ਪੁਲਿਸ ਹੇਠਾਂ ਸੀ। ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ ਕੋਈ ਹਾਈਟ ਦੇ ਉੱਤੇ ਹੋਵੇ ਤੇ ਕੋਈ ਨੀਚੇ ਹੋਵੇ ਤਾਂ ਹਾਈਟ ਦੇ ਉੱਤੇ ਯਾਨੀ ਕਿ ਜਿਹੜਾ ਉਚਾਈ ਵਾਲੇ ਪਾਸੇ ਹੈ ਤਾਂ ਉਚਾਈ ਵਾਲਾ ਪਾਸਾ ਦਾ ਸ਼ਖਸ ਜੋ ਨੀਚੇ ਹੈ, ਜੋ ਹੇਠਾਂ ਹੈ, ਉਸ ਨੂੰ ਆਸਾਨੀ ਦੇ ਨਾਲ ਟਾਰਗੇਟ ਕਰ ਸਕਦਾ ਹੈ। ਜੇ ਉਹ ਪੱਥਰ ਵੀ ਮਾਰੇਗਾ ਤਾਂ ਉਹ ਵੀ ਗੋਲੀ ਦੀ ਰਫ਼ਤਾਰ ਦੇ ਨਾਲ ਆਏਗਾ ਔਰ ਉਸ ਨੂੰ ਨਿਸ਼ਾਨਾ ਲਗਾਉਣ 'ਚ ਆਸਾਨੀ ਹੁੰਦੀ ਹੈ। ਤਾਂ ਕੁਝ ਉਸ ਤਰੀਕੇ ਨਾਲ ਹੀ ਇਹ ਪੁਲਿਸ ਦੇ ਸਾਹਮਣੇ ਚੈਲੰਜ ਸੀ ਕਿ ਉਹ ਉੱਪਰ ਬੈਠ ਕੇ ਗੋਲੀਆਂ ਚਲਾ ਰਹੇ ਨੇ ਔਰ ਪੁਲਿਸ ਨੇ ਵਾਪਸ ਉਹਨਾਂ ਦਾ ਜਵਾਬ ਦੇਣਾ ਹੇਠਾਂ ਤੋਂ ਉੱਪਰ ਤੱਕ। ਔਰ ਬਕਾਇਦਾ ਇਹ ਪੂਰੇ ਆਪਰੇਸ਼ਨ ਨੂੰ ਪਲਾਨ ਕੀਤਾ ਗਿਆ ਔਰ ਜ਼ਬਰਦਸਤ ਤਰੀਕੇ ਨਾਲ ਇਸ ਪੂਰੇ ਆਪਰੇਸ਼ਨ ਦੇ ਵਿੱਚ ਪੁਲਿਸ ਨੇ ਜਿਹੜੀ ਇਹ ਕਾਮਯਾਬੀ ਹਾਸਲ ਕੀਤੀ। ਰਾਹਤ ਦੀ ਗੱਲ ਇਹ ਵੀ ਰਹੀ ਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਜ਼ਖਮੀ ਵੀ ਹੋਏ ਉਹ ਵੀ ਸੁਰੱਖਿਅਤ ਨੇ। 3 ਪੁਲਿਸ ਦੇ ਮੁਲਾਜ਼ਮ ਜ਼ਖਮੀ ਹੋਏ ਸੀ ਔਰ ਬੁਲੇਟ ਪ੍ਰੂਫ ਜੈਕਟਸ ਪਾ ਕੇ ਉੱਥੇ ਪਹੁੰਚੇ ਹੋਏ ਸੀ। ਤੇ ਇਹ ਚਬੂਤਰਾ ਜਿਹੜਾ ਦੂਰ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੈ, ਇਸ ਦੇ ਵਿੱਚ ਉਹ ਦੋਵੇਂ ਗੈਂਗਸਟਰ ਲੁਕੇ ਹੋਏ ਸਨ ਜਿਨ੍ਹਾਂ ਦੇ ਵੱਲੋਂ ਪੁਲਿਸ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਸੀ। ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਗੁਸਾਏ ਦੋਵਾਂ ਨੇ ਹੀ ਪੁਲਿਸ ਦੇ ਉੱਤੇ ਗੋਲੀਆਂ ਚਲਾਈਆਂ। ਦੋਵਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ, ਇਸ ਘਰ ਦੇ ਵਿੱਚ ਆ ਕੇ ਲੁਕ ਗਏ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਘੇਰਾ ਪਾਇਆ ਸਾਰੇ ਪਾਸੇ ਤੋਂ ਤਾਂ ਉਸ ਤੋਂ ਬਾਅਦ ਇਸ ਆਪਰੇਸ਼ਨ ਦੇ ਵਿੱਚ ਦੋਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ, ਦੋਵਾਂ ਦੀ ਮੌਤ ਹੋ ਗਈ। ਔਰ ਜਿਹੜੀ ਗੋਲੀਆਂ ਦੀ ਰਫ਼ਤਾਰ ਸੁਣਾਈ ਦੇ ਰਹੀ ਸੀ ਉਹ ਅੱਜ ਨਿਸ਼ਾਨਾਂ ਦੇ ਜ਼ਰੀਏ ਆਪਾਂ ਮਹਿਸੂਸ ਵੀ ਕਰ ਸਕਦੇ ਹਾਂ। ਉਸ ਦਿਨ ਬੜੀ ਤਾਬੜਤੋੜ ਠਾ ਦੀ ਗੋਲੀਆਂ ਦੀ ਆਵਾਜ਼ ਆਉਂਦੀ ਸੀ ਤੇ ਅੱਜ ਉਹ ਸਮਝ ਆ ਰਿਹਾ ਜਿਸ ਤਰੀਕੇ ਨਾਲ ਪੇੜ ਪੂਰਾ ਵਿੰਨਿਆ ਹੋਇਆ ਹੈ, ਪੇੜ ਦੇ ਉੱਤੇ ਬਹੁਤ ਸਾਰੇ ਨਿਸ਼ਾਨ ਤੁਹਾਨੂੰ ਨਜ਼ਰ ਆ ਰਹੇ ਹੋਣਗੇ।
ਦੂਜੇ ਪਾਸੇ ਜਿਹੜੀਆਂ ਇੱਥੇ ਕੰਧਾਂ ਨੇ ਛੋਟੀਆਂ ਕੋਈ ਕੰਧਾਂ ਸੀ ਇੱਕ ਦੋ ਉਹਨਾਂ ਦੀਵਾਰਾਂ ਦੇ ਉੱਤੇ ਵੀ ਉਹ ਨਿਸ਼ਾਨ ਨਜ਼ਰ ਆ ਰਹੇ ਸੀ। ਯਾਨੀ ਮਤਲਬ ਸਾਫ਼ ਹੈ ਕਿ ਦੂਜੇ ਪਾਸੇ ਤੋਂ ਲਗਾਤਾਰ ਔਰ ਤੇਜ਼ ਫਾਇਰਿੰਗ ਹੁੰਦੀ ਰਹੀ। ਪੁਲਿਸ ਦੇ ਸਾਹਮਣੇ ਲਾਜ਼ਮੀ ਤੌਰ ਤੇ ਚੁਣੌਤੀ ਸੀ ਕਿ ਕਿਸ ਤਰੀਕੇ ਨਾਲ ਉਸ ਦੇ ਨਾਲ ਨਜਿੱਠਿਆ ਜਾਵੇ। ਤਾਂ ਐਨਕਾਊਂਟਰ ਵਾਲੀ ਥਾਂ ਤੋਂ ਇਹ ਸਿੱਧੀਆਂ ਤੇ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਉਸ ਘਰ ਦੇ ਬਾਹਰ ਇਸ ਸਮੇਂ ਨਿਊਜ਼ 18 ਦੀ ਟੀਮ ਇਨਫੈਕਟ ਇਹ ਜਿਹੜੇ ਬਿਲਕੁਲ ਸਰਕਲ ਨੇ ਸ਼ਾਇਦ ਤੁਸੀਂ ਥੋੜਾ ਜਿਹਾ ਨਾ ਪੜ ਪਾ ਰਹੇ ਹੋਵੋ ਤੇ 52 ਨੰਬਰ 53 ਨੰਬਰ 54 ਨੰਬਰ ਤਾਂ ਇਹ ਜਿਹੜੇ ਨਿਸ਼ਾਨ ਨੇ ਜਦੋਂ ਜਾਂਚ ਹੁੰਦੀ ਹੈ ਤੇ ਹੋਰ ਵੀ ਕਈ ਥਾਵਾਂ ਤੇ ਦੇਖਿਆ ਹੋਏਗਾ ਕਿ ਉਸ ਨੂੰ ਸਰਕਲ ਕਰਕੇ ਨੰਬਰ ਲਿਖ ਦਿੱਤਾ ਜਾਂਦਾ ਹੈ ਕਿ 54 ਨੰਬਰ ਹੈ 55ਵਾਂ ਨੰਬਰ ਹੈ ਤਾਂ ਉੱਥੇ 54 ਨੰਬਰ ਤੱਕ ਤਾਂ ਸਾਨੂੰ ਨਜ਼ਰ ਆਇਆ ਹੈ। यानी कि कई राउंड फायर होए ने। यही पहला तो ही कहा जा रहा सी कि कई राउंड नहीं बल्कि कई सैकड़े राउंड उत्थे गोलियां चलियां ने और जेकर इत्थे देखा जाए इस पूरे घर नूं तां इत्थे भी गोलियां दी भरमार है और इस पूरी कंध दे उत्ते क्योंकि गोलियां गिणियां जाणियां भी औखियां ने। कुछ अजिहियां ही तस्वीरां गोलियां दियां तुहानूं याद होएगा सिद्धू मूसेवाला दी कार दे उत्ते भी सी, उत्थे भी गिणनियां मुश्किल सी कि उसदे शीशे दे उत्ते किन्ने ज़्यादा बुलेट लगे हुए सी। ਤਾਂ ਅੱਜ ਕੁਝ ਉਸ ਤਰ੍ਹਾਂ ਦੀ ਤਸਵੀਰ ਇਹਨਾਂ ਕੰਧਾਂ ਦੇ ਉੱਤੇ ਵੀ ਨਜ਼ਰ ਆ ਰਹੀ ਹੈ, ਦੀਵਾਰਾਂ ਦੇ ਉੱਤੇ ਨਜ਼ਰ ਆ ਰਹੀ ਹੈ ਜਿੱਥੇ ਹਰ ਪਾਸੇ ਗੋਲੀਆਂ ਦੀ ਨਿਸ਼ਾਨ ਨਜ਼ਰ ਆਉਂਦੇ ਨੇ। ਇਹ ਇਕੱਲੀ ਤੁਸੀਂ ਦੇਖੋ ਕਿ ਗੋਲੀ ਕਿਵੇਂ ਬਿੰਨੀ ਹੋਈ ਹੈ ਪੂਰੀ ਕੰਧ। ਇਹ ਕਹਿ ਸਕਦੇ ਹੋ ਕਿ ਇਕੱਲੀ ਇੱਟ ਦੇ ਵਿੱਚ ਤੁਹਾਨੂੰ ਗੋਲੀ ਲੱਗੀ ਹੋਈ ਨਜ਼ਰ ਆ ਰਹੀ ਹੈ। ਜੋ ਮੈਂ ਜ਼ਿਕਰ ਕਰ ਰਿਹਾ ਬਹੁਤ ਚੰਗੀ ਤਰ੍ਹਾਂ ਯਾਦ ਹੈ ਸਿੱਧੂ ਮੂਸੇਵਾਲਾ ਦੀ ਗੱਡੀ ਜਿਸ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਸੀ ਔਰ ਗਿਣਨੇ ਮੁਸ਼ਕਿਲ ਹੋ ਰਹੇ ਸੀ ਉਸ ਸਮੇਂ ਵੀ। ਤੇ ਅੱਜ ਵੀ ਕੁਝ ਉਸ ਤਰੀਕੇ ਦੀ ਤਸਵੀਰ ਹੈ ਕਿ ਅੱਜ ਵੀ ਇਸ ਦੀਵਾਰ ਦੇ ਉੱਤੇ ਗਿਣਨੇ ਮੁਸ਼ਕਿਲ ਹੈ। ਰੁਕ ਕਰਦੇ ਹਾਂ ਰਾਜੀਵ ਸਾਡੇ ਸਹਿਯੋਗੀ। जो एनकाउंटर पंजाब पुलिस वालों किया गया तो उस दिन की जो किस तरीके की जी कार्रवाई है वो की गई तो ये तस्वीर तुम देख सकते हो। इस वेले दोबारा आ जा और 2 मिनट भाजी रिक्वेस्ट। बिल्कुल राजीव मेरी आवाज तुहाडे तक पहुंच रही होगी, राजीव आवाज पहुंच रही होगी। कोशिश करते हैं कि राजीव तो पूरी तफसील दे नाल जानकारी ले सकीए। राजीव इस समय पहुंचे हुए ने। राजीव मेरी आवाज उम्मीद है पहुंच रही होगी। ओवर टू यू। जी बिल्कुल गौरव, तस्वीर तुसी इस वेले देख रहे हो कि उस घर के बाहर असीं पहुंचे हैं। पंजाब पुलिस के जिहड़े अधिकारी ने जवान ने वो भी इत्थे लगातार ड्यूटी निभाते हुए नज़र आ रहे हैं। तो आखिरकार उस दिन एक जिहड़ा वड्डा ऑपरेशन सी जां जो एनकाउंटर सी उसनूं किस तरीके दे नाल अंजाम दिता गया। हालांकि ये जो मेन दरवाजा नहीं है बल्कि ये दूसरी साइड ते जो छोटा गेट है खेतों वाले पासे जो निकलता सामने जो चबूतरा या जिसनूं असीं परछत्ती कह दिंदे हैं पंजाबी दे विच, तां उत्थे तुसीं देख सकदे हो कि गोलियां दे किन्ने ज़्यादा निशान ने। दूसरे पासे जो घर दा बनेरा लगातार तस्वीरां असीं दिखा रहे हैं और उस वेले भी मैं जिक्र कर रहा सी कि ये वो घर दा बनेरा जिथे कि काफ़ी ज़्यादा फायर जिहड़े वो पंजाब पुलिस वालों जिहड़ी फायरिंग की गई तो उस दे दौरान इस दीवार नूं भी नुकसान पहुंचा। तो हुण असीं घर दे दूजे पासे दी तस्वीर भी दिखाउने और ये देखो तुसीं कि ये एक जो दरख्त नज़र आ रहा है इस दे उपर बकायदा जो फोरेंसिक की टीम आई सी उस वालों निशानदेही की गई है क्योंकि उन्होंने वालों नमूने भी हर चीज़ के लए जाते हैं। तो इत्थे तुसीं देख सकते हो कि जिन्ने भी गोलियां दे निशान ने उन्होंने सर्कल किया गया क्योंकि ਜਦੋਂ भी कोई ऐसी कार्रवाई की जाती है कोई ऐसा एनकाउंटर किया जाता तो पुलिस वालों एक चीज़ जी है वो ऑन रिकॉर्ड उसनूं दर्ज किया जाता क्योंकि कल नूं जेकर अदालत दे विच किसी तरह की कोई इस चीज़ नूं लैके सवाल उठदा तो हर एक चीज़ जी है वो उत्थे पक्ष जिहड़ा रखा जाता। तो हुण दूसरे पासे की तस्वीर असीं दिखाउण की कोशिश करते हैं जो लगातार उस दिन एनकाउंटर के दौरान असीं अपने कैमरे की नज़र दे नाल देखते रहे हैं। तो ये वो घर है और इन्हां खेतों के विच फिलहाल क्योंकि कल बरसात भी हुई है दूसरे पासे झोने की फसल नूं जो पानी लगाया जाता इन्हां इस सीजन के विच तो ये घर का मेन दरवाज़ा जिथे इस वेले पुलिस दे तुसीं देख सकते हो कि जिहड़े जवान ने उन्हां नूं तैनात किया गया और इस गेट के राही असीं जदों उस दिन तस्वीरां दे विच देखिया तो जिहड़े पुलिस के कमांडो ने जिहड़ी स्वैग टीम है वो इस गेट के राही ही अंदर दाखिल हुई सी। हालांकि चारे पासों पुलिस वालों घेराबंदी जिहड़ी की गई सी और चारे पासों दीवारां टप के भी कमांडो जिहड़े ने वो अंदर दाखिल हुए सी। तां अंदर की तस्वीर देखने की कोशिश करते हैं कि घर के अंदर दे की हालात ने। तां इत्थे मैं भी दसना चाहुंदा कि इस घर दे विच कोई पिछले कई महीनों तो या सालों तो नहीं रह रहा सी। तां अज दोपहरे जदों SDM पहुँचते हैं मौके पर तो SDM वालों इस घर का जिहड़ा मालिक है उस कोलों भी उन्होंने भी इत्थे बुलाया गया सी और अज मीडिया नूं सिर्फ इस घर के
ਬਾਹਰ ਤੱਕ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ, ਕਿਉਂਕਿ ਲਗਾਤਾਰ ਹਰ ਕੋਈ ਦੇਖਣਾ ਚਾਹੁੰਦਾ ਸੀ ਕਿ ਆਖਿਰਕਾਰ ਇਹ ਜੋ ਐਨਕਾਊਂਟਰ ਕੀਤਾ ਗਿਆ ਉਸ ਐਨਕਾਊਂਟਰ ਵਾਲੇ ਘਰ ਦੇ ਅੰਦਰ ਦੇ ਹਾਲਾਤ ਕਿਸ ਤਰੀਕੇ ਦੇ ਨੇ। ਘਰ ਦਾ ਜੋ ਮੇਨ ਗੇਟ ਹੈ ਹਾਲੇ ਫਿਲਹਾਲ ਉੱਥੇ ਤਾਲਾ ਲਗਾਇਆ ਗਿਆ ਔਰ ਇਸ ਦੇ ਅੰਦਰ ਹਾਲੇ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਤਾਂ ਹੋਰ ਮੈਂ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਘਰ ਦੇ ਅੰਦਰ ਦੀ ਜਿਹੜੀ ਤਸਵੀਰ, ਕਿਉਂਕਿ ਇਸ ਥਾਂ ਤੋਂ ਲਗਾਤਾਰ ਫਾਇਰਿੰਗ ਹੋ ਰਹੀ ਸੀ ਔਰ ਇੱਥੋਂ ਤੁਸੀਂ ਜੇਕਰ ਗੌਰਵ ਸਮਝੋ ਤਾਂ ਇੱਥੋਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਆਖਿਰਕਾਰ ਉਸ ਦਿਨ ਅਸੀਂ ਕਿੱਥੋਂ ਤਸਵੀਰ ਜਿਹੜੀ ਦਿਖਾ ਰਹੇ ਸੀ। ਸਾਹਮਣੇ ਬਿਲਕੁਲ ਜਿੱਥੇ ਸੰਘਣੇ ਰੁੱਖ ਨਜ਼ਰ ਆ ਰਹੇ ਨੇ ਉੱਥੇ ਸੜਕ ਹੈ ਔਰ ਉਸ ਸੜਕ ਤੋਂ ਅਸੀਂ ਜ਼ੂਮ ਇਨ ਕਰਕੇ ਜਦੋਂ ਇਸ ਘਰ ਦੀ ਤਸਵੀਰ ਦਿਖਾਉਂਦੇ ਹਾਂ ਤਾਂ ਇਸ ਘਰ ਦਾ ਜਿਹੜਾ ਖੱਬਾ ਪਾਸਾ ਹੈ ਉੱਥੇ ਮੱਕੀ ਦੇ ਖੇਤ ਨਜ਼ਰ ਆ ਰਹੇ ਨੇ ਔਰ ਮੱਕੀ ਦੇ ਖੇਤਾਂ ਦੇ ਬਿਲਕੁਲ ਅੱਗੇ ਟਰੈਕਟਰ ਟਰਾਲੀਆਂ ਸੀ ਔਰ ਉੱਥੇ ਹੀ ਪੰਜਾਬ ਪੁਲਿਸ ਦੇ ਜਿਹੜੇ ਕਮਾਂਡੋ ਨੇ ਉਹ ਲਗਾਤਾਰ ਇਸ ਘਰ ਦੇ ਉਸ ਹਿੱਸੇ ਤੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਸੀ। ਤਾਂ ਉਹ ਜਿਹੜਾ ਚਬੂਤਰਾ ਹੈ ਉਸ ਦੇ ਇਸ ਥਾਂ ਤੋਂ ਜੇਕਰ ਅਸੀਂ ਤਸਵੀਰ ਦਿਖਾਈਏ ਤਾਂ ਉਸ ਦੇ ਇਸ ਪਾਸੇ ਵੀ ਬਹੁਤ ਸਾਰੇ ਗੋਲੀਆਂ ਦੇ ਨਿਸ਼ਾਨ ਨੇ। ਉਸ ਤੋਂ ਇਲਾਵਾ ਉਸ ਦੇ ਥੱਲੇ ਹੇਠਾਂ ਜੋ ਘਰ ਦੀਆਂ ਦੀਵਾਰਾਂ ਨੇ ਉੱਥੇ ਤੁਸੀਂ ਦੇਖ ਸਕਦੇ ਹੋ। ਤਾਂ ਜ਼ੂਮ ਇਨ ਕਰਕੇ ਮੈਂ ਆਪਣੇ ਸਹਿਯੋਗੀ ਹਨੀਸ਼ ਨੂੰ ਕਹੂੰਗਾ ਕਿ ਇਹ ਜਿਹੜੀਆਂ ਤਸਵੀਰਾਂ, ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਤਸਵੀਰਾਂ ਨੇ, ਹਾਲਾਂਕਿ ਘਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਜੋ ਮੇਨ ਦੀਵਾਰ ਹੈ ਉੱਥੇ ਭਾਵੇਂ ਕੋਈ ਵੀ ਫਾਇਰਿੰਗ ਜਿਹੜੀ ਹੈ ਗੋਲੀਆਂ ਦੇ ਨਿਸ਼ਾਨ ਨਜ਼ਰ ਇਸ ਵੇਲੇ ਨਹੀਂ ਆ ਰਹੇ, ਕਿਉਂਕਿ ਪੁਲਿਸ ਦੀਆਂ ਟੀਮਾਂ ਨੂੰ ਵੀ ਇਹ ਜਾਣਕਾਰੀ ਸੀ ਕਿ ਜੋ ਗੈਂਗਸਟਰ ਨੇ ਉਹ ਘਰ ਦੇ ਉਸ ਹਿੱਸੇ ਦੇ ਵਿੱਚ ਲੁਕੇ ਹੋਏ ਨੇ। ਔਰ ਸਭ ਤੋਂ ਪਹਿਲੀ ਜਿਹੜੀ ਤਸਵੀਰ ਜਗਰੂਪ ਰੂਪਾ ਦੀ ਸਾਹਮਣੇ ਆਈ ਸੀ ਤਾਂ ਉਹ ਉਸੇ ਹਿੱਸੇ ਦੀ ਹੈ, ਕਿਉਂਕਿ ਪੌੜੀਆਂ ਦੇ ਬਿਲਕੁਲ ਨਾਲ ਇੱਕ ਪਰਛੱਤੀ ਦੇ ਉੱਪਰ ਜਗਰੂਪ ਰੂਪਾ ਬੈਠਿਆ ਹੋਇਆ ਸੀ। ਤਾਂ ਇਸ ਵੇਲੇ ਮੈਂ ਨਾਲ ਦੀ ਨਾਲ ਜੋ ਪੰਜਾਬ ਪੁਲਿਸ ਦੇ ਅਧਿਕਾਰੀ ਜਵਾਨ ਪਿਛਲੇ ਕਈ ਦਿਨਾਂ ਤੋਂ ਜੋ ਲਗਾਤਾਰ ਇੱਥੇ ਜਿਨ੍ਹਾਂ ਦੀ ਡਿਊਟੀ ਲਗਾਈ ਗਈ ਹੈ, ਕਿਉਂਕਿ ਭਾਵੇਂ ਐਨਕਾਊਂਟਰ ਉਸੇ ਦਿਨ 4:30 ਵਜੇ ਖਤਮ ਹੋ ਚੁੱਕਿਆ ਸੀ ਪਰ ਲਗਾਤਾਰ ਪੁਲਿਸ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਨੇ ਉਹਨਾਂ ਦੀ ਡਿਊਟੀ ਲਗਾਤਾਰ ਲੱਗੀ ਹੋਈ ਹੈ। ਮੀਡੀਆ ਨੂੰ ਵੀ ਅੱਗੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ, ਕਿਉਂਕਿ ਕੱਲ੍ਹ ਹੀ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ 2 ਦਿਨ ਘੱਟੋ ਘੱਟ ਲੱਗਣਗੇ, ਉਸ ਤੋਂ ਬਾਅਦ ਮੀਡੀਆ ਨੂੰ ਅੱਗੇ ਜਾਣ ਦਿੱਤਾ ਜਾਏਗਾ। ਪਰ ਅੱਜ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਤਾਂ ਘਰ ਦੇ ਬਾਹਰ ਤੱਕ ਮੀਡੀਆ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਔਰ ਘਰ ਦੇ ਬਾਹਰ ਦੀਆਂ ਅਸੀਂ ਤਸਵੀਰਾਂ ਲਗਾਤਾਰ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ। ਤਾਂ ਘਰ ਦੇ ਜੇਕਰ ਮੈਂ ਅੰਦਰ ਦੀ ਗੱਲ ਕਰਾਂ ਔਰ ਜੋ ਆਸ-ਪਾਸ ਦਾ ਇਲਾਕਾ ਹੈ ਇੱਥੇ ਇਹ ਵੀ ਕਿਹਾ ਜਾ ਰਿਹਾ, ਕਿਉਂਕਿ ਇਹਨਾਂ ਖੇਤਾਂ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਕੱਲ ਬਹੁਤ ਜ਼ਿਆਦਾ ਹੋਈ ਤਾਂ ਇਹਨਾਂ ਖੇਤਾਂ ਦੇ ਵਿੱਚ ਵੀ ਬਹੁਤ ਸਾਰੇ ਖੋਲ ਜਿਹੜੇ ਨੇ ਉਹ ਹਾਲੇ ਲੱਭਣ ਵਾਲੇ ਬਾਕੀ ਨੇ। ਤਾਂ ਇਹ ਪਾਣੀ ਕਿਤੇ ਨਾ ਕਿਤੇ ਦਿੱਕਤ ਜ਼ਰੂਰ ਬਣਿਆ, ਕਿਉਂਕਿ ਪੂਰੇ ਇਲਾਕੇ ਦਾ ਜਿਹੜਾ ਸਰਚ ਆਪਰੇਸ਼ਨ ਹੈ ਲਗਾਤਾਰ ਕਮਾਂਡੋ, ਅਸੀਂ ਕੱਲ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਔਰ ਅੱਜ ਵੀ ਸਵੇਰੇ ਜਿਹੜੀ ਇੱਕ ਟੀਮ ਹੈ ਉਹ ਪਹੁੰਚੀ ਸੀ। ਤਾਂ ਹੁਣ ਅਸੀਂ ਇਹ ਇੱਥੇ ਆ ਕੇ ਦਿਖਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਹਰ ਕੋਈ ਜਾਣਨਾ ਚਾਹੁੰਦਾ, ਕਿਉਂਕਿ ਪੰਜਾਬ ਪੁਲਿਸ ਨੇ ਇਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਦੱਸਿਆ। ਤਾਂ ਏਡੀਜੀਪੀ ਨੇ ਖੁਦ ਇਹ ਗੱਲ ਕਹੀ ਕਿ ਅਸੀਂ ਲਗਾਤਾਰ ਇਹਨਾਂ ਜਿਹੜੇ ਗੈਂਗਸਟਰਾਂ ਦੇ ਪਿੱਛੇ ਲੱਗੇ ਹੋਏ ਸੀ, ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਲਗਾਤਾਰ ਉਹਨਾਂ ਦਾ ਪਿੱਛਾ ਕਰ ਰਹੀਆਂ ਸੀ ਔਰ ਪਿੱਛਾ ਕਰਨ ਦਾ ਹੀ ਨਤੀਜਾ ਕਿ ਟੀਮ ਜਿਹੜੀ ਇੱਥੇ ਪਹੁੰਚਦੀ ਹੈ ਉਸ ਤੋਂ ਬਾਅਦ ਇੱਥੇ ਆ ਕੇ ਉਹਨਾਂ ਨੂੰ ਜੋ ਹੈ ਉਹ ਕਾਬੂ ਕਰਨ ਦੇ ਵਿੱਚ ਪੁਲਿਸ ਕਾਮਯਾਬ ਹੁੰਦੀ ਹੈ। ਤਾਂ ਇਹ ਤਸਵੀਰਾਂ ਨੇ ਉਸ ਘਰ ਦੀਆਂ, ਤਾਂ ਇਸ ਘਰ ਦੇ ਹਾਲਾਤ ਬਿਆਨ ਕਰਦੇ ਨੇ ਕਿ ਆਖਿਰਕਾਰ ਉਸ ਦਿਨ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਕਿੰਨਾ ਵੱਡਾ ਸਮਾਂ ਜਿਹੜੀ ਗੋਲੀਬਾਰੀ, ਕਿਉਂਕਿ ਸਮੇਂ ਦਾ ਤਾਂ ਹਰ ਕੋਈ ਜਾਣਦਾ ਪਰ ਕਿੰਨੇ ਜ਼ਿਆਦਾ ਸੈਂਕੜੇ ਜਿਹੜੇ ਰਾਉਂਡ ਫਾਇਰ ਹੋਏ ਨੇ ਉਹ ਇਹਨਾਂ ਤਸਵੀਰਾਂ ਤੋਂ ਹਰ ਕੋਈ ਅੰਦਾਜ਼ਾ ਲਗਾ ਸਕਦਾ ਹੈ। ਜੀ ਬਿਲਕੁਲ, ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਔਰ ਇਹ ਤਸਵੀਰਾਂ ਇਸ ਕਰਕੇ ਵੀ ਖਾਸ ਹੋ ਜਾਂਦੀਆਂ ਨੇ ਕਿ ਕਿਸ ਤਰੀਕੇ ਨਾਲ ਉੱਥੇ ਪੂਰਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਪਰ ਰਾਜੀਵ, ਮੈਂ ਇਹ ਵੀ ਦੇਖ ਰਿਹਾ ਸੀ ਪਹਿਲਾਂ ਜਿਹੜੀਆਂ ਤਸਵੀਰਾਂ ਸਾਡੇ ਤੱਕ ਪਹੁੰਚ ਰਹੀਆਂ ਸੀ ਦਰਸ਼ਕਾਂ ਤੱਕ ਕਿ ਬਾਹਰ ਜਿਹੜੇ ਪੇੜ ਲੱਗੇ ਹੋਏ ਨੇ, ਜਿਹੜੇ ਦਰਖਤ ਨੇ ਉਹਨਾਂ ਦੇ ਉੱਤੇ ਵੀ ਗੋਲੀਆਂ ਦੇ ਬਹੁਤ ਸਾਰੇ ਨਿਸ਼ਾਨ ਨੇ ਔਰ ਇਨਫੈਕਟ ਜਿਹੜੇ ਉੱਥੇ ਕੋਈ ਛੋਟੀਆਂ ਦੀਵਾਰਾਂ ਸੀ ਉੱਥੇ ਵੀ ਗੋਲੀਆਂ ਦੇ ਨਿਸ਼ਾਨ ਨੇ। ਘਰ ਦੇ ਦੋਵੇਂ ਪਾਸੇ ਉੱਚੀ ਫਸਲਾਂ ਨੇ, ਯਾਨੀ ਕਿ ਇਹ ਵੀ ਪੁਲਿਸ ਦੇ ਲਈ ਇੱਕ ਚੈਲੰਜ ਸੀ ਕਿ ਕਿਸ ਤਰੀਕੇ ਨਾਲ ਉੱਥੇ ਪੁਲਿਸ ਉਹਨਾਂ ਨੂੰ ਭੱਜਣ ਤੋਂ ਵੀ ਰੋਕੇ। ਤਾਂ ਇੱਕ ਆਪਰੇਸ਼ਨ ਤਾਂ ਬਹੁਤ ਜ਼ਬਰਦਸਤ ਸੀ, ਪੁਲਿਸ ਦੇ ਸਾਹਮਣੇ ਇੱਕ ਚੈਲੰਜਿੰਗ ਆਪਰੇਸ਼ਨ ਸੀ। ਪਰ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ, ਕਿਉਂਕਿ ਮੈਂ ਜ਼ਿਕਰ ਕਰ ਰਿਹਾ ਸੀ ਕਿ ਅੱਜ ਇਹ ਚਬੂਤਰੇ ਦੀ ਦੀਵਾਰ ਇਸ ਤਰੀਕੇ ਨਾਲ ਬਿੰਨੀ ਹੋਈ ਹੈ, ਗੋਲੀਆਂ ਦੇ ਨਿਸ਼ਾਨ ਨੇ ਜਿਵੇਂ ਮੂਸੇਵਾਲਾ ਦੀ ਗੱਡੀ ਦੇ ਉੱਤੇ ਨਿਸ਼ਾਨ ਸੀ। ਉਹ ਵੀ ਤਸਵੀਰਾਂ ਸਭ ਨੂੰ ਯਾਦ ਨੇ ਤੇ ਅੱਜ ਵਾਲੀਆਂ ਤਸਵੀਰਾਂ ਵੀ ਹਰ ਕੋਈ ਦੇਖ ਰਿਹਾ ਹੈ। ਥੋੜਾ ਜਿਹਾ ਸਮਝਾਓ ਕਿ ਪੁਲਿਸ ਦਾ ਆਪਰੇਸ਼ਨ ਕਿਵੇਂ ਅੱਗੇ ਵਧਿਆ, ਕਿ ਇੱਕ ਪਾਸੇ ਤੋਂ ਫਾਇਰਿੰਗ ਹੋ ਰਹੀ ਸੀ ਜਾਂ 2-3 ਪਾਸੇ ਤੋਂ ਫਾਇਰਿੰਗ ਹੋ ਰਹੀ ਸੀ, ਪੇੜ ਦੇ ਬਹੁਤ ਉੱਪਰ ਤੱਕ ਵੀ ਨਿਸ਼ਾਨ ਸੀ, ਉਸ ਦੀ ਕੀ ਵਜ੍ਹਾ ਸੀ ਜੇਕਰ ਕੋਈ ਪੁਲਿਸ ਦੇ ਨਾਲ ਗੱਲਬਾਤ ਹੋਈ ਹੋਵੇ? ਜੀ ਬਿਲਕੁਲ, ਕਿਉਂਕਿ ਅਸੀਂ ਹਰ ਇੱਕ ਉਸ ਦਿਨ ਦੀ ਤਸਵੀਰ ਦੇਖੀ ਤਾਂ ਜਿੱਥੋਂ ਤੱਕ ਸਿੱਧੂ ਮੂਸੇਵਾਲਾ ਦੀ ਗੱਡੀ ਦੇ ਉੱਪਰ ਫਾਇਰਿੰਗ ਦੀ ਗੱਲ ਹੈ ਤਾਂ ਵੈਪਨ ਜਿਹੜੇ ਨੇ ਉਹ ਜ਼ਰੂਰ ਹਾਈਟੈਕ ਜਿਹੜੇ AK-47 ਦੀ ਵੀ ਗੱਲ ਕਹੀ ਗਈ। ਤਾਂ ਪੁਲਿਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੁਲਿਸ ਫੋਰਸ ਦੇ ਕੋਲ AK-47 ਤੋਂ ਇਲਾਵਾ LMG ਔਰ ਹੋਰ ਕਈ ਆਧੁਨਿਕ ਵੈਪਨ ਨੇ ਜਿਨ੍ਹਾਂ ਦੀ
ਵਰਤੋਂ ਇਸ ਐਨਕਾਊਂਟਰ ਦੇ ਵਿੱਚ ਕੀਤੀ ਗਈ, ਕਿਉਂਕਿ ਉਹਨਾਂ ਦੇ ਕੋਲ ਭਾਵੇਂ AK-47 ਜਾਂ 2 ਪਿਸਟਲ ਜਿਹੜੇ ਹੁਣ ਤੱਕ ਬਰਾਮਦ ਕੀਤੇ ਗਏ ਨੇ। ਤਾਂ ਦੂਸਰੀ ਗੱਲ, ਕਿਉਂਕਿ ਇਸ ਸਿਰਫ ਚਬੂਤਰੇ ਦੇ ਵਿੱਚ ਜੇਕਰ ਅਸੀਂ ਕਹੀਏ ਕਿ ਇੱਕ ਸਾਈਡ ਤੋਂ ਫਾਇਰ ਹੋਏ ਤਾਂ ਉਹ ਗਲਤ ਹੋਏਗਾ, ਕਿਉਂਕਿ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਜਦੋਂ ਇਹ ਆਪਰੇਸ਼ਨ ਖਤਮ ਹੁੰਦਾ, ਇਹ ਐਨਕਾਊਂਟਰ ਖਤਮ ਹੁੰਦਾ, ਤਾਂ ਉਸ ਵੇਲੇ ਦੀ ਜਿਹੜੀ ਤਸਵੀਰ ਹੈ ਉਹ ਕਾਫੀ ਹੈਰਾਨ ਕਰਨ ਵਾਲੀ ਸੀ, ਕਿਉਂਕਿ ਪੂਰਾ ਆਸ-ਪਾਸ ਦਾ ਇਲਾਕਾ ਜਿੱਥੇ ਵੀ ਖੇਤ ਨੇ, ਚਾਹੇ ਉਹ ਮੱਕੀ ਦੇ ਖੇਤ ਨੇ, ਝੋਨੇ ਦੇ ਖੇਤ ਨੇ ਜਾਂ ਫਿਰ ਸਾਹਮਣੇ ਘਰ ਨੇ, ਤਾਂ ਹਰ ਜਗ੍ਹਾ ਤੇ ਪੁਲਿਸ ਦੇ ਜਿਹੜੇ ਜਵਾਨ ਨੇ ਜਾਂ ਜਿਹੜੇ ਐਨਕਾਊਂਟਰ ਸਪੈਸ਼ਲਿਸਟ ਨੇ ਜਾਂ ਜੋ ਟਾਸਕ ਫੋਰਸ ਦਾ ਹਿੱਸਾ ਨੇ, ਤਾਂ ਉਹ ਸਾਰੇ ਪਾਸੇ ਹੀ ਫੈਲੇ ਹੋਏ ਸੀ ਔਰ ਚਾਰੇ ਪਾਸਿਓਂ ਫਾਇਰ ਕੀਤਾ ਜਾ ਰਿਹਾ ਸੀ। ਜਿਨ੍ਹਾਂ ਜਿਹੜੇ ਵੀ ਅਧਿਕਾਰੀ ਇਸ ਪੂਰੇ ਐਨਕਾਊਂਟਰ ਦੀ ਕਮਾਂਡ ਜਿਨ੍ਹਾਂ ਦੇ ਹੱਥ ਦੇ ਵਿੱਚ ਸੀ, ਤਾਂ ਉਹਨਾਂ ਵੱਲੋਂ ਇਹ ਇਸ਼ਾਰਾ ਦਿੱਤਾ ਜਾਂਦਾ ਸੀ ਕਿ ਆਖਿਰਕਾਰ ਕਿਹੜੇ ਵੇਲੇ ਕਿਹੜੇ ਪਾਸਿਓਂ ਫਾਇਰਿੰਗ ਕੀਤੀ ਜਾਣੀ ਹੈ। ਪਰ ਕਿਉਂਕਿ ਉਹ ਉੱਪਰ ਲੁਕੇ ਹੋਏ ਸੀ, ਤਾਂ ਜਦੋਂ ਕੋਈ ਹਾਈਟ ਤੋਂ ਫਾਇਰਿੰਗ ਕਰਦਾ ਤਾਂ ਕਿਤੇ ਨਾ ਕਿਤੇ ਇੱਕ ਖਦਸ਼ਾ ਜ਼ਰੂਰ ਉਸ ਟੀਮ ਦੇ ਲਈ ਬਣਿਆ ਰਹਿੰਦਾ ਜੋ ਕਿ ਹੇਠਾਂ ਤੋਂ ਫਾਇਰ ਕਰਦਾ। ਤਾਂ ਪੁਲਿਸ ਵੱਲੋਂ ਇਸ ਕਰਕੇ, ਕਿਉਂਕਿ ਜਿਹੜੀ ਟੀਮ ਬਿਲਕੁਲ ਫਰੰਟ ਤੇ ਆ ਕੇ ਇਹ ਐਨਕਾਊਂਟਰ ਨੂੰ ਅੰਜਾਮ ਦੇ ਰਹੀ ਸੀ, ਉਹਨਾਂ ਨੂੰ ਕਵਰ ਦੇਣਾ ਵੀ ਬਹੁਤ ਜ਼ਰੂਰੀ ਹੁੰਦਾ। ਤਾਂ ਇਸ ਕਰਕੇ ਕਿਉਂਕਿ ਗੈਂਗਸਟਰ ਭਾਵੇਂ 2 ਸੀ, ਤਾਂ ਉਹਨਾਂ ਨੂੰ ਜੇਕਰ ਉਹਨਾਂ ਦਾ ਜਿਸ ਤਰ੍ਹਾਂ ਕੱਲ ਡੀਸੀਪੀ ਨੇ ਜਾਣਕਾਰੀ ਦਿੱਤੀ ਕਿ ਜਿਹੜੀ AK-47 ਮਿਲੀ ਹੈ ਉਸ ਦੇ ਵਿੱਚ 31 ਰਾਉਂਡ ਜਿਹੜੇ ਜਿੰਦਾ ਮਿਲੇ ਨੇ ਔਰ ਜੋ ਰਾਈਫਲ ਹੈ ਉਸ ਨੂੰ ਬਸਟ ਮੋਡ ਦੇ ਉੱਤੇ ਰੱਖਿਆ ਗਿਆ ਸੀ, ਯਾਨੀ ਕਿ ਪੁਲਿਸ ਮੁਲਾਜ਼ਮਾਂ ਦਾ ਨੁਕਸਾਨ ਕਿਤੇ ਨਾ ਕਿਤੇ ਉਹ ਕਰਨਾ ਚਾਹੁੰਦੇ ਸੀ ਕਿ ਜੇਕਰ ਪੁਲਿਸ ਉਹਨਾਂ ਦੇ ਨੇੜੇ ਆਉਂਦੀ ਹੈ ਤਾਂ ਜੇਕਰ ਉਹ ਬਸਟ ਮੋਡ ਦੇ ਉੱਪਰ AK-47 ਨੂੰ ਚਲਾਉਂਦੇ ਨੇ ਤਾਂ ਕਿਸੇ ਨਾ ਕਿਸੇ ਪੁਲਿਸ ਮੁਲਾਜ਼ਮ ਦਾ ਨੁਕਸਾਨ ਉਸ ਦੇ ਵਿੱਚ ਕੀਤਾ ਜਾ ਸਕਦਾ ਸੀ। ਇਸ ਕਰਕੇ ਪੁਲਿਸ ਦਾ ਕਹਿਣਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ, ਕਿਉਂਕਿ ਇਸ ਚੀਜ਼ ਨੂੰ ADGP ਨੇ ਬਾਰ-ਬਾਰ ਦੁਹਰਾਇਆ ਕਿ ਸਾਡੀ ਜਿਹੜੀ ਪੁਲਿਸ ਦੀ ਕੋਸ਼ਿਸ਼ ਹੁੰਦੀ ਸਭ ਤੋਂ ਪਹਿਲਾਂ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂ ਫਿਰ ਉਹਨਾਂ ਨੂੰ ਆਤਮ ਸਮਰਪਣ ਕਰਨ ਦੇ ਲਈ ਕਿਹਾ ਜਾਂਦਾ ਹੈ। ਪਰ ਜਦੋਂ ਅਜਿਹੀ ਸੂਰਤ ਦੇ ਵਿੱਚ ਜੇਕਰ ਪੁਲਿਸ ਦੀ ਟੀਮ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਜਵਾਬੀ ਕਾਰਵਾਈ ਪੁਲਿਸ ਵੱਲੋਂ ਵੀ ਕੀਤੀ ਜਾਂਦੀ ਹੈ। ਤਾਂ ਉਹੀ ਕੁਝ ਇੱਥੇ ਵੀ ਦੇਖਣ ਨੂੰ ਮਿਲਿਆ। ਤਾਂ ਇਹ ਉਹ ਘਰ ਹੈ, ਆਖਿਰਕਾਰ ਇੱਥੇ ਉਹ ਕਿਉਂ ਪਹੁੰਚੇ, ਇਹੀ ਘਰ ਕਿਉਂ ਚੁਣਿਆ ਗਿਆ, ਇਸ ਦੀ ਹਾਲੇ ਜਾਂਚ ਕੀਤੀ ਜਾਣੀ ਹੈ। ਪਰ ਇੱਥੇ ਮੈਂ ਦਿਖਾਉਣਾ ਚਾਹੁੰਦਾ ਕਿ ਬਿਲਕੁਲ ਲਾਜ਼ਮੀ ਤੌਰ ਤੇ ਰਾਜੀ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੀ ਜਾਂਚ ਪੁਲਿਸ ਕਰੇਗੀ ਔਰ ਪੁਲਿਸ ਦੇ ਸਾਹਮਣੇ ਵੀ ਬਹੁਤ ਸਾਰੇ ਚੈਲੰਜਸ ਹੋਣਗੇ। ਔਰ ਇਹ ਤਸਵੀਰਾਂ ਅਸੀਂ ਪਹੁੰਚਾ ਰਹੇ ਹਾਂ ਆਪਣੇ ਦਰਸ਼ਕਾਂ ਤੱਕ। ਸਭ ਤੋਂ ਪਹਿਲਾਂ ਨਿਊਜ਼ 18 ਨੇ ਕੋਸ਼ਿਸ਼ ਕੀਤੀ ਹੈ, ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਇਹ ਤਸਵੀਰਾਂ ਲੋਕ ਵੀ ਦੇਖ ਸਕਣ ਕਿ ਕਿਸ ਤਰੀਕੇ ਨਾਲ ਪੁਲਿਸ ਨੇ ਜਾਬਾਜ਼ੀ ਦੇ ਨਾਲ ਪੁਲਿਸ ਦੇ ਜਵਾਨਾਂ ਨੇ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਕਿੰਨੀ ਜ਼ਬਰਦਸਤ ਉੱਥੇ ਫਾਇਰਿੰਗ ਹੋ ਰਹੀ ਸੀ ਔਰ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਗੋਲੀਆਂ ਦਾ ਮੀਂਹ ਵਰ ਰਿਹਾ ਸੀ ਜਦੋਂ ਪੰਜਾਬ ਪੁਲਿਸ ਦੇ ਜਵਾਨਾਂ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਸ ਵਿਚਾਲੇ ਦੋਵੇਂ ਗੈਂਗਸਟਰਸ ਨੂੰ ਢੇਰ ਕਰ ਦਿੱਤਾ। ਤਾਂ ਰਾਜੀਵ, ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਜਾਣਕਾਰੀ ਔਰ ਤਸਵੀਰਾਂ ਦਿਖਾਉਣ ਦੇ ਲਈ। ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ। ਅਸੀਂ ਰੁਕ ਰਹੇ ਹਾਂ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ, ਵਾਪਸ ਆਵਾਂਗੇ। ਨਿਊਜ਼ 18 ਪੰਜਾਬ ਦੇ ਉੱਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।